आज सच्चे पातशाह दे पावन पवित्र अस्थान गुरुद्वारा शीशगंज साहिब विखे ਇਹ ਉਹ महान धरती जिस धरती ਨੂੰ ਸਾਹਿਬ श्री गुरु तेग बहादुर महाराज जी ਦੇ पावन सीस की शोभ प्राप्त है। सो आपां जिहड़ी इतिहास की लड़ीवार कथा चल रही है, कल तई महाराज जी की मुल्तान दे विच पीरां दे नाल गोश्त हो रही है। उसे गोश्त दे विच कल उन्हां पुछिया सी सच्चे पातशाह ਜਿਹੜੇ ਮਨੁੱਖ ਸੰਤ ਬਣ ਜਾਂਦੇ ਨੇ ਉਹਨਾਂ ਦੇ ਕਿਹੜੇ ਕਿਹੜੇ ਲੱਛਣ ਹੁੰਦੇ ਹਨ। ਸੋ ਆਓ ਅੱਜ ਗੁਰੂ ਸਾਹਿਬ ਜੀ ਮਹਾਰਾਜ ਸੰਤਾਂ ਦੇ ਲੱਛਣ ਬਾਰੇ ਦੱਸਣਗੇ। ਆਓ ਬੜੇ ਧਿਆਨ ਦੇ ਨਾਲ ਸਰਵਣ ਕਰੀਏ। ਕਥਾ ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਮੂਲ ਮੰਤਰ ਨੂੰ ਇੱਕ ਵਾਰੀ ਉਚਾਰਨ ਕਰੀਏ। सतनाम श्री वाहेगुरु साहिब जी। सतनाम श्री वाहेगुरु साहिब जी। कैसो तीन आचार व्यवहारा ते मिस दे उपदेश सुखारा। गुरु जी महाराज जी ਨੂੰ ਉਹ ਪੀਰ ਪੁੱਛਦੇ ਨੇ ਸੱਚੇ ਪਾਤਸ਼ਾਹ ਜਿਹੜਾ ਉਹਨਾਂ ਦਾ ਸੰਤਾਂ ਦੀ ਕਿਹੜੀ ਕਿਹੜੀ ਰੀਤੀ ਹੈ, ਕਿਵੇਂ ਕਿਵੇਂ ਉਹ ਰਹਿੰਦੇ ਨੇ, ਉਹ ਸਾਨੂੰ ਦੱਸਣਾ ਕਰੋ। श्री गुर भन्यो सुनो दे काना बुजरक सुपत। श्री गुरु भन्यो सुनो दे काना बुजरक सोहबत अब्बल जाना। गुरु महाराज जी कहते ने मेरी गल बड़े ध्यान नाल कंन दे के श्रवण करो। जिहड़ी संतां दी महिमा हुंदी है वो बड़ी अब्बल हुंदी है, बड़ी वड्डी हुंदी है। दोहरा पर गुण सुनत प्रसन्न हवै उन सेवे गुणवान। ਜਿਹੜੇ ਸੰਤ ਹੁੰਦੇ ਨੇ ਉਹ ਦੂਜੇ ਦੀ ਪ੍ਰਸੰਨਤਾ ਸੁਣ ਕੇ ਵੀ ਖੁਸ਼ ਹੁੰਦੇ ਨੇ। ਇਹ ਉਹਨਾਂ ਦੇ ਵਿੱਚ ਵੱਡਾ ਗੁਣ ਹੁੰਦਾ ਹੈ। ਤੇ ਜਿਹੜੇ ਸੰਤ ਹੁੰਦੇ ਨੇ ਉਹ ਇੱਕ ਗੁਣਵਾਨ ਜਿਹੜਾ ਪਰਮਾਤਮਾ ਹੈ ਉਹਨੂੰ ਸਿਮਰਦੇ ਰਹਿੰਦੇ ਹਨ। ਆਤਮ ਗਿਆਨ ਵਿਚਾਰਨਾ ਨਿਤ ਪ੍ਰਤ ਸੋ ਬੁੱਧੀਵਾਨ। ਔਰ ਆਪਣੇ ਅੰਤਰ ਆਤਮੇ ਦੇ ਗਿਆਨ ਨੂੰ ਉਹ ਵਿਚਾਰਦੇ ਰਹਿੰਦੇ ਨੇ। ਜਿਉਂ ਜਿਉਂ ਸ਼ਬਦ ਦਾ ਜਾਪ ਕਰਦੇ ਨੇ ਅੰਤਰ ਆਤਮੇ ਦੀ ਜਿਹੜੀ ਵਿਚਾਰ ਹੈ ਉਹਨੂੰ ਉਹ ਵਿਚਾਰਦੇ ਰਹਿੰਦੇ ਹਨ। ਇਸ ਤਰੀਕੇ ਦੇ ਨਾਲ ਜਿਹੜੇ ਸੰਤ ਨੇ ਉਹ ਬੁੱਧੀਵਾਨ ਬਣ ਜਾਂਦੇ ਹਨ। ਜੋ ਕੋਈ ਮਨ ਦਇਆਲ ਨਿਤ ਸੁਮਤ ਵਿਚਾਰੇ ਪਰ ਤੇ ਦੇਖਨ ਚੱਕ ਹਟਕਾਰੇ। ਮਨ ਦੇ ਵਿੱਚ ਹਮੇਸ਼ਾ ਦਿਆਲ ਰਹਿੰਦੇ ਹਨ ਤੇ ਨਾਲ ਦੀ ਨਾਲ ਇੱਕ ਕਰਮ ਹੋਰ ਕਰਦੇ ਨੇ। ਆਪਣੇ ਮਨ ਇੰਦਰੀਆਂ ਨੂੰ ਵਸ ਵਿੱਚ ਕਰਕੇ ਰੱਖਦੇ ਨੇ। ਅੱਖਾਂ ਮਾੜਾ ਨਹੀਂ ਤੱਕਦੀਆਂ, ਕੰਨ ਮਾੜਾ ਨਹੀਂ ਸੁਣਦੇ ਹਨ। ਨਰ ਕੋ ਕਰਮ ਭਵ ਮੈਂ ਜੋ ਰਚੇ ਤਿਨ ਕੋ ਸੰਗ ਕਰਨ ਤੇ ਬਚੇ। ਅਸਲ ਦੇ ਵਿੱਚ ਦੁਨੀਆ ਵਿੱਚ ਜਿਹੜੇ ਵੀ ਮਨੁੱਖ ਖੋਟੇ ਕਰਮ ਕਰਦੇ ਹਨ ਸੰਤਾਂ ਦਾ ਇਹ ਵੀ ਲੱਛਣ ਹੁੰਦਾ ਹੈ, ਉਹ ਉਹਨਾਂ ਦੀ ਸੰਗਤ ਕਰਨ ਤੋਂ ਬਚਦੇ ਨੇ। ਭਾਵ ਸੰਗਤ ਦੇ ਵਿੱਚ ਉਹ ਕਦੇ ਨਹੀਂ ਬੈਠਦੇ। ਨਿਜ ਬਲ ਪਰ ਕੋ ਕਬ ਨ ਜਨਾਈ ਸ਼ਤਰੂ ਮੀਤ ਦਿਖੈ ਸਮਤਾਈ। ਇੱਕ ਅਗਲਾ ਗੁਣ ਉਹਨਾਂ ਵਿੱਚ ਹੁੰਦਾ ਅਜ਼ਮਤ ਤੇ ਬੜੀ ਭਾਰੀ ਹੁੰਦੀ ਆ ਉਹਨਾਂ ਵਿੱਚ। ਪਰਮਾਤਮਾ ਦੀ ਦਿੱਤੀ ਸ਼ਕਤੀ ਤੇ ਬੜੀ ਹੁੰਦੀ ਹੈ, ਪਰ ਉਹ ਮਿੱਤਰ ਤੇ ਸ਼ਤਰੂ ਨੂੰ ਬਰਾਬਰ ਸਮਝਦੇ ਨੇ। ਇਹ ਨਹੀਂ ਜੇ ਕਿਸੇ ਸ਼ਤਰੂ ਨੇ
ਉਹਨਾਂ ਤੇ ਕੋਈ ਵਾਰ ਕੀਤਾ ਉਹਦੇ ਨਾਲ ਗੁੱਸਾ ਹੋ ਜਾਂਦੇ ਨੇ। ਐਸਾ ਨਹੀਂ ਉਹ ਕਰਦੇ, ਹਮੇਸ਼ਾ ਸਮਦ੍ਰਿਸ਼ਟੀ ਰੱਖਦੇ ਨੇ। ਉਹ ਵੱਖਰੀ ਗੱਲ ਹੈ, ਪਰਮਾਤਮਾ ਉਹਨਾਂ ਦੇ ਸ਼ਤਰੀਆਂ ਦਾ, ਜਿਹੜੇ ਉਹਨਾਂ ਦੇ ਸ਼ਤਰੂ ਹੁੰਦੇ ਨੇ, ਉਹਨਾਂ ਦਾ ਸੰਘਾਰ ਕਰ ਦਿੰਦਾ ਹੈ। ਸ਼ੋਕ ਹਰਖ ਪੁਨ ਮਾਨ ਅਮਾਨੋ, ਦੁਖ ਸੁਖ ਇਨ ਮਹਿ ਰਹਿਤ ਸਮਾਨੋ। ਉਹ ਖੁਸ਼ੀ ਤੇ ਗਮੀ ਦੇ ਵਿੱਚ ਬਰਾਬਰ ਰਹਿੰਦੇ ਨੇ। ਇਹ ਬੜੀ ਵੱਡੀ ਗੱਲ ਹੈ ਉਹਨਾਂ ਦੀ, ਖੁਸ਼ੀ ਦੇ ਗਮੀ ਦੇ ਵਿੱਚ ਬਰਾਬਰ ਰਹਿੰਦੇ ਹਨ। ਤੇ ਦੁੱਖ ਤੇ ਸੁੱਖ ਨੇ ਜਿਹੜੇ, ਉਹਨਾਂ ਵਾਸਤੇ ਇਹ ਦੋਵੇਂ ਬਰਾਬਰ ਹਨ। ਸਿਫਤ ਪਰਮੇਸ਼ਰ ਨਿਸ ਦਿਨ ਗਾਵਹਿ, ਨਾਮ ਸੰਗ ਨਿਜ ਬੇਸ ਬਤਾਵਹਿ। ਅਸਲ ਦੇ ਵਿੱਚ ਇੱਕ ਹੋਰ ਗੁਣ ਉਹਨਾਂ ਦਾ ਹੈ, ਦਿਨ ਰਾਤ ਉਹ ਪਰਮੇਸ਼ਰ ਦੇ ਗੁਣ ਗਾਉਂਦੇ ਰਹਿੰਦੇ ਨੇ, ਗਾਉਂਦੇ ਰਹਿੰਦੇ ਨੇ। ਆਪਣੀ ਜਿਹੜੀ ਉਮਰ ਹੈ ਉਹ ਪਰਮੇਸ਼ਰ ਦੇ ਅਧੀਨ, ਪਰਮੇਸ਼ਰ ਦੇ ਹੁਕਮ ਦੇ ਵਿੱਚ ਗੁਜ਼ਾਰਦੇ ਹਨ। ਅਸ ਕਹਿ ਸ੍ਰੀ ਗੁਰ ਕਿਰਪਾ ਨਿਧਾਨਾ, ਹਾਜ਼ਰ ਨਾਮਾ ਕੀਨ ਬਖਾਨਾ। ਐਵੇਂ ਕਹਿ ਕੇ ਗੁਰੂ ਸਾਹਿਬ ਮਹਾਰਾਜ ਜੀ ਨੇ ਉੱਥੇ ਇੱਕ ਹਾਜ਼ਰਨਾਮਾ ਰਚਿਆ ਹੈ, ਉਹਦੇ ਬਾਰੇ ਗੁਰੂ ਜੀ ਦੱਸਦੇ ਹਨ। ਦੋਹਰਾ ਇਸ ਪ੍ਰਕਾਰ ਸੁਨ ਪੀਰ ਸਭ ਬੰਦੇ, ਪਦ ਅਰਬਿੰਦ। ਮਹਾਰਾਜ ਜੀ ਕਹਿੰਦੇ ਨੇ, ਪੀਰਾਂ ਨੇ ਜਦ ਇਸ ਪ੍ਰਕਾਰ ਸੁਣਿਆ, ਗੁਰੂ ਜੀ ਤੋਂ ਸੋਹਣੇ ਬਚਨ ਸੁਣੇ, ਉਹਨਾਂ ਗੁਰੂ ਜੀ ਦੇ ਚਰਨ ਕਮਲ ਫੜ ਲਏ। ਕਰਤ ਪ੍ਰਸ਼ੰਸਾ ਅਧਿਕ ਮੁਖ, ਭਰ ਕੈ ਹਿਰਦੈ ਆਨੰਦ। ਉਹ ਗੁਰੂ ਜੀ ਦੀ ਬੜੀ ਪ੍ਰਸ਼ੰਸਾ ਕਰਦੇ ਨੇ। ਉਹਨਾਂ ਦਾ ਜਿਹੜਾ ਹਿਰਦਾ ਹੈ ਉਹ ਪ੍ਰੇਮ ਦੇ ਨਾਲ ਭਰਿਆ ਜਾਂਦਾ ਹੈ। ਸੋਰਠਾ ਸ੍ਰੀ ਗੁਰ ਗਿਰਾ ਅਲਾਏ, ਸੁਣ ਹੋ ਪੀਰ ਬਹਾਵਲੀ। ਮਹਾਰਾਜ ਜੀ ਨੇ ਫਿਰ ਇੱਕ ਹੋਰ ਗਿਰਾ ਅਲਾਈ ਹੈ। ਗੁਰੂ ਸਾਹਿਬ ਜੀ ਨੇ ਬਚਨ ਕਹੇ ਗਣ, ਹੈ ਪੀਰ ਬਹਾਵਲੀ ਮੇਰੀ ਗੱਲ ਸੁਣੋ। ਲੋਕ ਹਿਰਦੈ ਡਹਿਕਾਏ, ਰਹਾ ਚਲਾਏ ਜਗਤ ਬਹੁ। ਮਹਾਰਾਜ ਜੀ ਕਹਿੰਦੇ ਜਿਹੜਾ ਲੋਭ ਹੈ ਨਾ, ਲੋਭ, ਇਹ ਮਨੁੱਖ ਨੂੰ ਭਟਕਾਉਂਦਾ ਹੈ ਜ਼ਿੰਦਗੀ ਦੇ ਰਾਹ ਤੋਂ। ਇਹ ਅਸਲ ਦੇ ਵਿੱਚ ਜਿਉਂ-ਜਿਉਂ ਮਨੁੱਖ ਦਾ ਲੋਭ ਵੱਧਦਾ ਰਹਿੰਦਾ ਹੈ, ਉਹਦਾ ਇਹ ਦੁਨੀਆ ਦੇ ਨਾਲ ਪ੍ਰੇਮ ਵੀ ਵੱਧਦਾ ਰਹਿੰਦਾ। ਜਿੰਨਾ ਜਿੰਨਾ ਲੋਭ ਘਟਦਾ ਜਾਏਗਾ, ਮੋਹ ਵੀ ਘਟਦਾ ਜਾਏਗਾ। ਜਿਉਂ-ਜਿਉਂ ਲੋਭ ਵਧੀ ਜਾਂਦਾ ਹੈ, ਵਧੀ ਜਾਂਦਾ ਹੈ, ਮਨੁੱਖ ਦਾ ਇਸ ਦੁਨੀਆ ਦੇ ਨਾਲ ਪ੍ਰੇਮ ਵੱਧਦਾ ਜਾਂਦਾ ਹੈ। ਚੌਪਈ ਬੰਦੇ ਹਾਥ ਪੀਰ ਪੁਨ ਕਾਹੇਹੀ, ਧੰਨ ਧੰਨ ਸ੍ਰੀ ਨਾਨਕ ਆਹੇਹੀ। ਸਾਰੇ ਪੀਰਾਂ ਨੇ ਹੱਥ ਜੋੜੇ, ਹੱਥ ਜੋੜ ਕੇ ਕਹਿੰਦੇ ਨੇ, ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਸੀਂ ਬੜੇ ਧੰਨ ਹੋ। ਬੈਨ ਸੁਦਾ ਸਮ ਮਿੱਤਰ ਦੁਖ ਟਾਰੇ, ਰਾਵਰ ਕੋ ਅਮੋਗ ਦਰਸਾਰੇ। ਸੱਚੇ ਪਾਤਸ਼ਾਹ ਜੀ, ਤੁਹਾਡੇ ਜਿਹੜੇ ਬਚਨ ਨੇ ਇਹ ਮਿੱਤਰਾਂ ਤੇ ਸ਼ਤਰੂਆਂ ਨੂੰ ਦੋਵਾਂ ਨੂੰ ਉਤਾਰ ਦਿੰਦੇ ਨੇ। ਤੇ ਜਿਹੜੇ ਤੁਹਾਡੇ ਦਰਸ਼ਨ ਨੇ ਉਹ ਬੜੇ ਖੁੱਲੇ ਦਰਸ਼ਨ ਸਾਨੂੰ ਪ੍ਰਾਪਤ ਹੋਏ ਹਨ। ਧੰਨ ਫਕੀਰੀ ਤੁਮ ਜੋ ਕਮਾਈ, ਹੈ ਜਿਸ ਕੀ ਏਵਡ ਵਡਿਆਈ। ਕਹਿੰਦੇ ਮਹਾਰਾਜ ਧੰਨੋ ਤੁਸੀਂ, ਏਡੀ ਵੱਡੀ ਫਕੀਰੀ ਕਮਾਈ ਹੈ, ਏਡੀ ਵੱਡੀ ਵਡਿਆਈ ਹੈ ਤੁਹਾਡੀ, ਤੁਹਾਡੀ ਵਡਿਆਈ ਬੜੀ ਮਹਾਨ ਹੈ। ਸਰਬ ਜਗਤ ਕੀ ਜੋ ਗੁਰ ਆਈ, ਸੋ ਤੁਮਰੀ ਲਾਇਕ ਬਣ ਆਈ। ਮਹਾਰਾਜ ਜੀ ਨੂੰ ਕਹਿੰਦੇ ਸੱਚੇ ਪਾਤਸ਼ਾਹ, ਸਾਰੀ ਦੁਨੀਆ ਦੀ ਜਿਹੜੀ ਗੁਰਿਆਈ ਹੈ ਉਹ ਤੁਹਾਨੂੰ ਮਿਲੀ ਹੋਈ ਹੈ, ਤੁਹਾਡੇ ਲਾਇਕ ਹੈ, ਤੁਹਾਨੂੰ ਪਰਮਾਤਮਾ ਨੇ ਦਿੱਤੀ ਹੈ। ਸਾਧ ਸੰਗਤ ਜੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨਤਾ ਇੰਨੀ ਹੈ। ਅਸਲ ਦੇ ਵਿੱਚ ਸੋਨੇ ਦੀ ਕੀਮਤ ਸੁਨਿਆਰ ਜਾਣਦਾ ਹੈ, ਲੋਹੇ ਦੀ ਕੀਮਤ ਲੋਹਾਰ ਜਾਣਦਾ ਹੈ, ਗੁਰੂ ਦੀ ਕੀਮਤ ਉਹ ਜਾਣਦਾ ਹੈ ਜਿਹੜਾ ਜਗਿਆਸੂ ਹੈ, ਪੂਰਨ ਸਿੱਖ ਹੈ। ਹਰ ਮਨੁੱਖ ਗੁਰੂ ਦੀ ਵਡਿਆਈ ਨਹੀਂ ਨਾ ਜਾਣ ਸਕਦਾ। ਬਾਣੀ ਪੜ੍ਹ ਲੈਂਦਾ ਹੈ, ਬਾਣੀ ਸੁਣ ਲੈਂਦਾ ਹੈ, ਵਡਿਆਈ ਉਹ ਜਾਣਦਾ ਜਿਹੜਾ ਜਗਿਆਸੂ ਹੋ ਗਿਆ, ਗੁਰੂ ਦੇ ਨਾਲ ਪ੍ਰੇਮ ਕਰਨਾ ਸ਼ੁਰੂ ਕਰਦਾ ਹੈ। ਇਸ ਕਰਕੇ ਗੁਰੂ ਸਾਹਿਬ ਦੀ ਵਡਿਆਈ ਬੜੀ ਮਹਾਨ ਹੈ। ਕਲੀ ਕਾਲ ਨਰ ਦੇ ਉਪਦੇਸ਼ਾ,
ਕੋਟ ਉਧਾਰੇ ਸ਼੍ਰੀ ਜਗਤੇਸ਼ਾ। ਕਲੀ ਕਾਲ ਦੇ ਵਿੱਚ ਸੱਚੇ ਪਾਤਸ਼ਾਹ ਨੇ ਬੜੇ ਨਰਾਂ ਨੂੰ ਉਪਦੇਸ਼ ਦਿੱਤਾ ਹੈ ਤੇ ਕਈ ਕਰੋੜ ਹੀ ਮਨੁੱਖਾਂ ਨੂੰ ਪਾਰ ਉਤਾਰਿਆ ਹੈ। ਇਹ ਫਕੀਰੀ ਜਾਪੋ ਨਾਮਾ ਜੋ ਕੀਨੀ ਤੁਮ ਕਰੁਣਾ ਧਾਮਾ। ਕਹਿੰਦੇ ਮਹਾਰਾਜ ਇਹੀਓ ਤੇ ਫਕੀਰੀ ਹੈ ਸੱਚੇ ਪਾਤਸ਼ਾਹ। ਇਹ ਗੁਣਾਂ ਦੇ ਸਾਗਤ ਗੁਰੂ ਨਾਨਕ ਦੇਵ ਜੀ ਮਹਾਰਾਜ। ਦੋਹਰਾ ਕੀਨੋ ਸ਼ੇਖ ਫਰੀਦ ਜੋ ਹੰਦ ਨਾਮ ਹੈ ਕਾਹੇ। ਕਹਿੰਦੇ ਮਹਾਰਾਜ ਜੀ ਜਿਹੜੀ ਤਪੱਸਿਆ ਸ਼ੇਖ ਫਰੀਦ ਜੀ ਨੇ ਕੀਤੀ ਸੀ ਉਹੀ ਤਪੱਸਿਆ ਅੱਜ ਤੁਹਾਡੇ ਨਾਮ ਦੀ ਹੈ। ਸਤ ਸੋਈ ਸੀਤਾ ਕੀਓ ਜਤ ਲਛਮਨ ਕੋ ਪ੍ਰਾਹੇ। ਕਹਿੰਦੇ ਮਹਾਰਾਜ ਜੀ ਨੂੰ ਕਹਿੰਦੇ ਨੇ ਇਹ ਸੱਚੇ ਪਾਤਸ਼ਾਹ ਜੀ ਤੁਹਾਡੇ ਕੋਲ ਉਹੀ ਜਤ ਹੈ ਉਹੀ ਸੱਤ ਹੈ ਜਿਹੜਾ ਸੀਤਾ ਦੇ ਕੋਲ ਸੀ ਤੇ ਉਹੀ ਤੁਹਾਡੇ ਕੋਲ ਜਤ ਹੈ ਜਿਹੜਾ ਲਕਸ਼ਮਣ ਜੀ ਦੇ ਕੋਲ ਤ੍ਰੇਤੇ ਯੁੱਗ ਦੇ ਵਿੱਚ ਸੀ। ਜੋ ਪਈ ਹੈ ਸੋ ਭਗਤ ਜੋ ਕਰੀ ਕਬੀਰਾ ਸੋ ਹਟ ਜੋ ਭਾਤੂ ਸਰੀਰਾ। ਸੱਚੇ ਸੱਚੇ ਪਾਤਸ਼ਾਹ ਜੀ ਏਡੇ ਗੁਣ ਨੇ ਤੁਹਾਡੇ ਅੰਦਰ ਉਹੀ ਉਹ ਭਗਤੀ ਹੈ ਜਿਹੜੀ ਭਗਤ ਕਬੀਰ ਜੀ ਦੇ ਅੰਦਰ ਸੀ ਤੇ ਤੁਹਾਡੇ ਅੰਦਰ ਉਹੀ ਉਹ ਵਿਸ਼ਵਾਸ ਹੈ ਪ੍ਰਮਾਤਮਾ ਦਾ ਹੱਥ ਹੈ ਜਿਹੜਾ ਭਗਤ ਧਰੂ ਦੇ ਅੰਦਰ ਸੀ। ਸੋ ਗ੍ਰਹਿ ਸਤ ਜੋ ਆਦਮ ਕੀਆ ਜੋਗ ਸੋਈ ਜੋ ਗੋਰਖ ਲੀਆ। ਕਹਿੰਦੇ ਮਹਾਰਾਜ ਜੀ ਤੁਹਾਡੀ ਗ੍ਰਿਸ਼ਤੀ ਵੀ ਇਹੋ ਜੀ ਹੈ ਜਿਹੜੀ ਬਾਬੇ ਆਦਮ ਦੀ ਸੀ। ਕਹਿੰਦੇ ਨੇ ਜਿਹੜੀ ਇਹ ਦੁਨੀਆ ਬਾਬੇ ਆਦਮ ਤੋਂ ਸ਼ੁਰੂ ਮੰਨੀ ਜਾਂਦੀ ਹੈ ਈਸਾਈ ਧਰਮ ਦੇ ਮੁਤਾਬਕ। ਕਹਿੰਦੇ ਸੱਚੇ ਪਾਤਸ਼ਾਹ ਉਹਦੇ ਮੁਤਾਬਕ ਤੇਰੀ ਇਹ ਗ੍ਰਿਸ਼ਤੀ ਹੈ। ਨਾਲ ਦੀ ਨਾਲ ਉਹ ਕਹਿੰਦੇ ਨੇ ਮਹਾਰਾਜ ਤੁਹਾਡੇ ਅੰਦਰ ਉਹੀ ਜੋਗ ਹੈ ਜਿਹੜਾ ਜੋ ਗੋਰਖਨਾਥ ਨੂੰ ਪ੍ਰਾਪਤ ਸੀ। ਤਿਆਗਣ ਸੋਏ ਜੋ ਭਰਥਰ ਕੀਨੋ ਸੋ ਤਪ ਜਨਕ ਜਾਹੇ ਮਨ ਭੀਨੋ। ਮਹਾਰਾਜ ਜੀ ਤੁਸੀਂ ਉਵੇਂ ਤਿਆਗ ਦਿੱਤਾ ਸਾਰਾ ਕੁਝ। ਤਿਆਗ ਵੀ ਤੁਹਾਡਾ ਬੜਾ ਵੱਡਾ ਹੈ। ਜਿਵੇਂ ਭਰਥਰੀ ਰਾਜੇ ਦਾ ਤਿਆਗ ਸੀ। ਭਰਥਰੀ ਰਾਜਾ ਬੜੇ ਵੱਡੇ ਰਾਜ ਦਾ ਮਾਲਕ ਸੀ ਪਰ ਮਿੰਟਾਂ ਦੇ ਵਿੱਚ ਰੱਬ ਦਾ ਨਾਮ ਜਪਦਿਆਂ ਰਾਜ ਹੀ ਛੱਡ ਦਿੱਤਾ। ਨਾਲ ਦੀ ਨਾਲ ਕਹਿੰਦੇ ਨੇ ਸੱਚੇ ਪਾਤਸ਼ਾਹ ਭਰਥਰੀ ਵਰਗਾ ਤੁਹਾਡਾ ਭਰਥਰੀ ਦੇ ਸਮਾਨ ਤੁਹਾਡਾ ਤਿਆਗ ਹੈ। ਨਾਲ ਦੀ ਨਾਲ ਉਹ ਕਹਿੰਦੇ ਨੇ ਮਹਾਰਾਜ ਜਿਹੜਾ ਤੁਹਾਡਾ ਤਪ ਹੈ ਉਹ ਤਪ ਵੀ ਜਨਕ ਰਾਜੇ ਦੇ ਸਮਾਨ ਹੈ। ਸੰਗਰਾਮ ਜੋ ਤਹਿ ਸਿਰ ਲਰਿਓ ਸੋ ਵਿਯੋਗ ਜੋ ਰਘੂਪਤ ਕਰਿਓ। ਨਾਲ ਦੀ ਨਾਲ ਕਹਿੰਦੇ ਮਹਾਰਾਜ ਤੁਹਾਡੀ ਅਸਲ ਦੇ ਵਿੱਚ ਤੁਹਾਡੇ ਅੰਦਰ ਸ਼ਕਤੀ ਇੰਨੀ ਹੈ ਐਵੇਂ ਸਮਝੋ ਜਿਹੜੀ ਸ਼ਕਤੀ ਰਾਵਣ ਨੇ ਯੁੱਧ ਲੜਿਆ ਜਿੰਨੀ ਸ਼ਕਤੀ ਦੇ ਨਾਲ ਤੇ ਤੁਹਾਡੇ ਅੰਦਰ ਦੁਨੀਆ ਦਾ ਵਿਰਾਗ ਐਵੇਂ ਜਿਵੇਂ ਤ੍ਰੇਤੇ ਯੁੱਗ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਦੇ ਵਿੱਚ ਸੀ। ਸੋ ਸੰਨਿਆਸ ਦਤ ਉਰ ਧਾਰਾ ਅਸ ਕਹਿ ਬੰਦਤ ਬਾਰੰਬਾਰਾ। ਮਹਾਰਾਜ ਜੀ ਉਹ ਤਿਆਗ ਹੈ ਤੁਹਾਡੇ 'ਚ ਜਿਹੜਾ ਦੱਤਾਤਰੇय ਦੇ ਵਿੱਚ ਸੀ। ਐਵੇਂ ਕਹਿ ਕੇ ਇੰਨੀ ਵਡਿਆਈ ਗੁਰੂ ਨਾਨਕ ਦੇਵ ਜੀ ਉੱਥੋਂ ਦੇ ਪੀਰ ਕਰਦੇ ਪਏ ਨੇ। ਕਈ ਵਾਰੀ ਮੈਂ ਵੇਖਦਾ ਮਨੁੱਖ ਅੱਜ ਦੇ ਸਮੇਂ 'ਚ ਇੱਕ ਜ਼ਾਹਰ ਪੀਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਛੱਡ ਕੇ ਦੁਨੀਆ ਦੇ ਹੋਰ ਪੀਰਾਂ ਦੇ ਅੱਗੇ ਬੰਦਨਾ ਕਰਦਾ ਫਿਰਦਾ। ਹੋਰ ਪੀਰਾਂ ਤੋਂ ਜਿਹੜੇ ਆਪ ਸਮਾਧੀਆਂ ਦੇ ਵਿੱਚ ਬੈਠੇ ਨੇ ਜਿਹੜੇ ਆਪ ਮੂਰਤੀ ਰੂਪ ਦੇ ਵਿੱਚ ਬੈਠੇ ਨੇ ਉਹਨਾਂ ਦੇ ਅੱਗੇ ਬੇਨਤੀਆਂ ਕਰਦਾ ਫਿਰਦਾ ਸਾਨੂੰ ਕੁਝ ਦੇ ਦੇ। ਪਰ ਮੈਂ ਕਈ ਬੇਨਤੀ ਕਰਨੀ ਚਾਹੁੰਦਾ ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਨੂੰ ਛੱਡ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਵਿਸ਼ਵਾਸ ਡੁਲਾ ਕੇ ਜੇ ਮਨੁੱਖ ਇਹੋ ਜਿਹਾ ਪੀਰਾਂ ਫਕੀਰਾਂ ਤੋਂ ਡਰਦਾ ਫਿਰਦਾ ਉਹਨੂੰ ਲਾਹਨਤ ਆਉਣੀ ਚਾਹੀਦੀ ਹੈ। ਜੇ ਡਰਨਾ ਹੀ ਹੈ ਮਨੁੱਖ ਨੇ ਤੇ ਗੁਰੂ ਤੋਂ ਡਰੇ। ਜੇ ਡਰਨਾ ਹੀ ਹੈ ਤੇ ਘੱਟੋ ਘੱਟ ਜਪਜੀ ਸਾਹਿਬ ਜੋ ਕਹਿੰਦਾ ਹੈ ਉਹਦੇ ਵਿਰੁੱਧ ਕੰਮ ਕਰਨ ਤੋਂ ਡਰੇ। ਪਰ ਮਨੁੱਖ ਐਸਾ ਨਹੀਂ ਕਰਦਾ ਗੁਰੂ ਦੇ ਦੱਸੇ ਹੋਏ ਨਿਯਮਾਂ ਤੋਂ ਵਿਰੁੱਧ ਕਰਮ ਕਰ ਜਾਂਦਾ ਪਰ ਡਰਦਾ ਨਹੀਂ। ਪਰ ਆਮ ਵੇਖਿਆ ਜਾਂਦਾ ਹੈ ਉਹ ਪੀਰਾਂ ਫਕੀਰਾਂ ਦੀ ਦਰਗਾਹ ਦੇ ਨੇੜੇ ਵੀ ਲੰਘੇ ਤੇ ਜੇ ਸਿਰ ਨਾ ਝੁਕਾਏ ਦੇ ਨੂੰ ਡਰ ਲੱਗਦਾ। ਮੈਂ ਕਿਹਾ ਐਵੇਂ ਨਹੀਂ ਡਰਨਾ ਚਾਹੀਦਾ। ਜੇ ਡਰਨਾ ਹੀ ਹੈ ਮਨੁੱਖ ਨੇ ਤੇ ਗੁਰੂ ਦੇ ਬਚਨਾਂ ਤੋਂ ਡਰੇ। ਅਸਲ 'ਚ ਮਨੁੱਖ ਨੂੰ ਸੰਤਾਪ ਵੀ ਉਦੋਂ ਹੀ ਲੱਗਦਾ ਹੈ ਜ਼ਿੰਦਗੀ 'ਚ, ਦੁੱਖ ਵੀ ਉਦੋਂ ਲੱਗਦੇ ਨੇ ਜਦੋਂ ਬਾਣੀ ਨੂੰ ਸਾਈਡ 'ਤੇ ਰੱਖ ਦਿੰਦਾ ਹੈ। ਗੁਰਬਾਣੀ ਕਹਿੰਦੀ ਹੈ
ਦੁੱਖ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਫਿਰ ਇੱਥੇ ਸਵਾਲ ਖੜਾ ਹੋਇਆ, ਮਹਾਰਾਜ ਜਿਨ੍ਹਾਂ ਦੇ ਨਹੀਂ ਉਤਰੇ ਦੁੱਖ, ਫਿਰ ਇਹਦਾ ਮਤਲਬ ਨਹੀਂ ਸੁਣੀ। ਜਿਨ੍ਹਾਂ ਸੁਣ ਲਈ ਮਹਾਰਾਜ ਬਚਨ ਕਰਦੇ ਨੇ ਉਹਨਾਂ ਦੇ ਉਤਰ ਗਏ, ਜਿਨ੍ਹਾਂ ਦੇ ਦੁੱਖ ਅਜੇ ਤਾਈਂ ਨਹੀਂ ਉਤਰੇ, ਪਰ ਸਿੱਧੀ ਜੀ ਗੱਲ ਹੈ ਉਹਨਾਂ ਬਾਣੀ ਨਹੀਂ ਸੁਣੀ। ਉਹਨਾਂ ਦੇ ਰੋਗ ਵੀ ਨਹੀਂ ਗਏ, ਸੰਤਾਪ ਵੀ ਨਹੀਂ ਗਏ, ਦੁੱਖ ਵੀ ਐਵੇਂ ਦੇ ਐਵੇਂ ਬਣੇ ਹੋਏ ਹਨ। ਬਹੁ ਪ੍ਰਕਾਰ ਕੀ ਉਸਤਤ ਕਰਕੇ, ਸੇਵਕ ਭਏ ਹਰਖ ਉਰ ਭਰ ਕੇ। ਬੜੇ ਵੱਡੇ ਪੀਰ ਨੇ ਮੁਲਤਾਨ ਦੇ ਵਿੱਚ, ਗੜ੍ਹ ਸੀ ਮੁਲਤਾਨ ਪੀਰਾਂ ਦਾ। ਸਾਰੇ ਦੇ ਸਾਰੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਚਾਰ ਸੁਣੇ, ਉਹਨਾਂ ਦੀ ਵਿਚਾਰਧਾਰਾ ਨੂੰ ਵੇਖਿਆ, ਮਹਾਰਾਜ ਜੀ ਦੀ ਅਜਬਤ ਨੂੰ ਵੇਖਿਆ, ਮਹਾਰਾਜ ਜੀ ਦੀ ਸ਼ਕਤੀ ਨੂੰ ਵੇਖਿਆ, ਸਾਰੇ ਦੇ ਸਾਰੇ ਪੀਰ ਮਹਾਰਾਜ ਜੀ ਦੇ ਅੱਗੇ ਮੱਥਾ ਟੇਕਦੇ ਨੇ ਤੇ ਨਾਲੇ ਕਹਿ ਰਹੇ ਨੇ, ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ। ਦੋਹਰਾ ਕਰੁਣਾ ਨਿਤ ਬੋਲੇ ਬਹੁਰ, ਚੇਤੋ ਨਾਮ ਖੁਦਾਏ। ਪਰ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਇਹ ਨਹੀਂ ਕਹਿ ਰਹੇ ਮੇਰੇ ਚੇਲੇ ਬਣ ਜਾਓ, ਐਵੇਂ ਨਹੀਂ ਕਹਿ ਰਹੇ। ਮਹਾਰਾਜ ਕਹਿੰਦੇ ਨੇ, ਹੇ ਸੱਜਣੋ, ਅੱਜ ਤੋਂ ਬਾਅਦ ਇੱਕ ਖੁਦਾ ਦੇ ਨਾਮ ਨੂੰ ਯਾਦ ਕਰਿਆ ਕਰੋ, ਪਰਮਾਤਮਾ ਦੇ ਨਾਮ ਨੂੰ ਯਾਦ ਕਰੋ। ਗੁਜਰਤ ਕੀ ਸੰਗਤ ਕਰੋ, ਲਹੋ ਸਰਬ ਸੁਖ ਪਾਏ। ਦੂਜਾ ਬਚਨ ਮਹਾਰਾਜ ਕਰਦੇ ਨੇ, ਪਹਿਲਾ ਤੇ ਬਚਨ ਇਹ ਕੀਤਾ ਹੈ ਰੱਬ ਦਾ ਨਾਮ ਜਪੋ, ਦੂਜਾ ਬਚਨ ਕਰਦੇ ਨੇ ਗੁਰੂ ਦੀ ਸੰਗਤ ਕਰਿਆ ਕਰੋ। ਜਿਵੇਂ ਆਪਾਂ ਬੈਠੇ ਸੰਗਤ ਕਰਿਆ ਕਰੋ, ਗੁਰੂ ਦੇ ਵਿੱਚ ਸੰਗਤ ਦੇ ਵਿੱਚ ਜਾਇਆ ਮਨੁੱਖ ਨੂੰ ਕਿੰਨੇ ਹੀ ਸ਼ੁਭ ਗੁਣ ਪਤਾ ਲੱਗਦੇ ਨੇ। ਤੇ ਅਸਲ ਦੇ ਵਿੱਚ ਜਿਉਂ-ਜਿਉਂ ਸੰਗਤ ਹੁੰਦੀ ਰਹਿੰਦੀ ਹੈ, ਮਨੁੱਖ ਦਾ ਜੀਵਨ ਸੌਖਾ ਹੀ ਬਣਾ ਜਾਂਦਾ ਹੈ। ਪਹਿਲਾਂ ਸਾਡੇ ਧਰਮ ਦੇ ਵਿੱਚ, ਆਮ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਆ, ਸਿੱਖਾਂ ਦਾ 2 ਟਾਈਮ ਦਾ ਪੱਕਾ ਹੀ ਨੇਮ ਸੀ ਸੰਗਤ ਦੇ ਵਿੱਚ ਜਾਣਾ। ਸਵੇਰੇ ਵੀ ਸਿੱਖ ਸੰਗਤ 'ਚ ਆਉਂਦੇ ਸੀ ਤੇ ਸ਼ਾਮ ਨੂੰ ਵੀ। ਇਹ ਦੋਵੇਂ ਟਾਈਮ ਗੁਰਦੁਆਰਾ ਸਾਹਿਬ ਭਰੇ ਹੀ ਰਹਿੰਦੇ ਸੀ। ਤਾਂ ਹੀ ਫਿਰ ਵੱਡੇ ਵੱਡੇ ਗੁਰਦੁਆਰਾ ਸਾਹਿਬ ਉਦੋਂ ਬਣਾਉਣੇ ਪਏ ਵੀ ਵੱਡੇ ਬਣਾਓ, ਸੰਗਤਾਂ ਪੂਰੀਆਂ ਨਹੀਂ ਆਉਂਦੀਆਂ। ਹੁਣ ਜਦੋਂ ਗੁਰਦੁਆਰਾ ਸਾਹਿਬ ਵੱਡੇ ਬਣ ਗਏ, ਸੰਗਤਾਂ ਹੁਣ ਸੰਗਤ ਹੀ ਛੱਡ ਗਈਆਂ। ਫਿਰ ਮੈਂ ਇੱਕ ਚੀਜ਼ ਸੋਚਦਾ ਹੁੰਦਾ, ਜੇ ਸੰਗਤ ਛੱਡ ਦਿੱਤੀ ਅਸੀਂ, ਕੀ ਸੁੱਖ ਪਾਇਆ ਮਨੁੱਖ ਨੇ। ਅੱਜ ਦੀ ਦੁਨੀਆ ਦੇ ਵਿੱਚ ਜਿੰਨਾ ਇੱਕ ਮਨੁੱਖ ਪਰੇਸ਼ਾਨ ਹੈ, ਇੰਨੇ ਪਸ਼ੂ ਪੰਛੀ ਪਰੇਸ਼ਾਨ ਨਹੀਂ। ਤੁਸੀਂ ਪੰਛੀਆਂ ਨੂੰ ਪੁੱਛ ਕੇ ਵੇਖੋ, ਪੰਛੀ ਦੇ ਆਨੰਦ ਮਾਣਦੇ ਨੇ, ਸਵੇਰੇ ਉੱਠਦੇ ਨੇ, ਚਿੜੀਆਂ ਗੀਤ ਗਾਉਂਦੀਆਂ ਉੱਠਦੀਆਂ ਨੇ, ਰਾਤੀ ਸੌਂਦੀਆਂ ਨੇ, ਗੀਤ ਗਾ ਕੇ ਸੌਂਦੀਆਂ ਨੇ। ਤੇ ਮਹਾਰਾਜ ਕਹਿੰਦੇ ਨੇ, ਚਿੜੀ ਚੌਕੀ ਪਹੁ ਫੁੱਟੀ, ਵਗਣ ਬਹੁਤ ਤਰੰਗ। ਸਵੇਰੇ ਜਦੋਂ ਚਿੜੀ ਬੋਲਦੀ ਹੈ, ਉਹ ਗਾਉਂਦੀ ਹੈ, ਗਾ ਕੇ ਉੱਠਦੀ ਹੈ, ਸ਼ਾਮ ਨੂੰ ਫੇਰ ਗਾਉਂਦੀ ਹੈ। ਮਨੁੱਖ ਸਵੇਰੇ ਉੱਠਦਾ ਤਾਂ ਵੀ ਚਿੰਤਾ 'ਚ ਉੱਠਦਾ ਹੈ, ਸ਼ਾਮੀ ਸੌਂਦਾ ਤਾਂ ਵੀ ਚਿੰਤਾ ਸੌਂਦਾ। ਇਹਦੇ ਅੰਦਰੋਂ ਜਿਹੜੀ ਕੱਲ੍ਹ ਦੀ ਚਿੰਤਾ ਹੈ ਉਹ ਜਾ ਹੀ ਨਹੀਂ ਰਹੀ। ਐਸੀ ਨਹੀਂ ਵੀ ਜਿਹੜੇ ਗਰੀਬ ਨੇ, ਜਿਨ੍ਹਾਂ ਕੋਲ ਹੈ ਕੁਝ ਨਹੀਂ, ਉਹ ਪਰੇਸ਼ਾਨ ਨੇ। ਜਿਨ੍ਹਾਂ ਕੋਲ ਬਹੁਤ ਕੁਝ ਹੈ, ਜਿਨ੍ਹਾਂ ਨੂੰ ਇਹ ਵੀ ਪਤਾ ਵੀ ਉਹਨਾਂ ਦੀਆਂ 10 ਪੀੜ੍ਹੀਆਂ ਬਹਿ ਕੇ ਖਾ ਲੈਣਗੀਆਂ, ਪਰੇਸ਼ਾਨ ਉਹ ਵੀ ਨੇ। ਹੁਣ ਉਹਨਾਂ ਦੀ ਪਰੇਸ਼ਾਨੀ ਦਾ ਕਾਰਨ ਕੀ ਹੈ, ਇਹ ਪਤਾ ਨਹੀਂ ਲੱਗ ਰਿਹਾ। ਮਹਾਰਾਜ ਇਸੇ ਕਰਕੇ ਬਾਣੀ 'ਚ ਕਹਿੰਦੇ ਨੇ, ਮਹਾਰਾਜ ਨੇ ਇਹ ਦੋਵੇਂ ਗੱਲਾਂ ਉਹਨਾਂ ਨੂੰ ਕਹੀਆਂ, ਸਤਸੰਗੀ ਜਨੋ, ਹੇ ਪਿਆਰਿਓ, 2 ਕੰਮ ਜ਼ਿੰਦਗੀ 'ਚ ਕਰਿਓ। ਇੱਕ ਪਰਮੇਸ਼ਰ ਨੂੰ ਕਦੇ ਨਾ ਭੁੱਲਿਓ, ਇੱਕ ਗੁਰੂ ਦੀ ਸੰਗਤ ਕਰਿਆ ਕਰੋ। ਜਿੱਥੇ ਵੀ ਕੋਈ ਭਲਾ ਮਨੁੱਖ ਮਿਲੇ ਉਹਦੇ ਨਾਲ ਗੱਲਬਾਤ ਕਰਿਆ ਕਰੋ, ਕੋਈ ਰੱਬ ਦੀ ਗੱਲ ਕਰਿਆ ਕਰੋ, ਪਰਮੇਸ਼ਰ ਨੂੰ ਚੇਤੇ ਕਰਿਆ ਕਰੋ। ਫਿਰ ਜਿਹੜੇ ਪਰਮੇਸ਼ਰ ਨੂੰ ਚੇਤੇ ਕਰਦੇ ਨੇ, ਉਹਨਾਂ ਨੂੰ ਫਿਰ ਪਰਮੇਸ਼ਰ ਚੇਤੇ ਵਿੱਚ ਰੱਖਦਾ ਹੈ। ਚੌਪਈ ਸਾਹਿਬ ਭੈ ਰਾਖੋ ਮਨ ਮਾਹੀ, ਵਿਸ਼ੈ ਬਾਸਨਾ ਮਨ ਹਵੈ ਨਾਹੀ। ਮਹਾਰਾਜ ਕਹਿੰਦੇ ਨੇ, ਸਾਹਿਬ ਨੂੰ ਚੇਤੇ ਕਰੋ, ਪਰਮਾਤਮਾ ਨੂੰ ਚੇਤੇ ਕਰੋ। ਉਹਦੇ ਚੇਤੇ ਕਰਨ ਦੇ ਨਾਲ ਹੋਏਗਾ ਕੀ, ਇਹ ਦੱਸਦੇ ਨੇ ਮਹਾਰਾਜ। ਜਦੋਂ ਮਨੁੱਖ ਸਾਹਿਬ ਨੂੰ ਚੇਤੇ ਕਰਦਾ ਹੈ, ਵਾਹਿਗੁਰੂ ਨੂੰ ਚੇਤੇ ਕਰਦਾ, ਉਹਦੇ ਅੰਦਰੋਂ ਵਿਸ਼ਿਆਂ ਦੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ। ਉਹਦੇ ਅੰਦਰ ਜਿਹੜਾ ਨਰਕ ਚੱਲ ਰਿਹਾ ਹੈ ਮਾੜੇ ਵਿਚਾਰਾਂ ਦਾ, ਇਹ ਖਤਮ ਹੋ ਜਾਂਦਾ ਹੈ। ਸਤ ਸੰਗਤ ਨਰ ਕਰੇ ਹੈ ਜਬ ਹੀ, ਗਤ ਸੁਖੈਨ ਹਵੈ ਪ੍ਰਾਪਤ ਤਬ ਹੀ। ਹੁਣ ਮਹਾਰਾਜ ਸਤ ਸੰਗਤ ਦਾ ਗੁਣ ਦੱਸਦੇ ਨੇ। ਜਦੋਂ ਮਨੁੱਖ ਸਤ ਸੰਗਤ ਕਰਦਾ, ਉਹਦੇ ਨਾਲ ਕੀ ਹੁੰਦਾ ਹੈ? ਮਹਾਰਾਜ ਕਹਿੰਦੇ ਸੁਖੈਨ ਹੋ ਜਾਂਦਾ ਹੈ।
ਸੁੱਖ ਆਉਣਾ ਸ਼ੁਰੂ ਹੋ ਜਾਂਦਾ ਹੈ ਸਤ ਸੰਗਤ ਦੇ ਵਿੱਚੋਂ। ਇੱਡਾ ਗੁਣ ਹੈ ਸਤ ਸੰਗਤ ਦਾ। ਸਤ ਸੰਗਤ ਦੇ ਵਿੱਚ ਜਾਂਦਿਆਂ ਜਾਂਦਿਆਂ ਮਨੁੱਖ ਦਾ ਮਨ ਬਦਲ ਜਾਂਦਾ ਹੈ। ਕਿਤੇ ਗੱਡੀ ਕਿਤੇ ਗਲਤ ਚੱਲ ਰਹੀ ਸੀ, ਸਤ ਸੰਗਤ ਦੇ ਵਿੱਚ ਜੋ ਗੁਰੂ ਨੇ ਐਸਾ ਵਚਨ ਦੱਸ ਦਿੱਤਾ, ਕੋਈ ਐਸੀ ਬਾਣੀ ਦੀ ਗੱਲ ਪਤਾ ਲੱਗ ਗਈ, ਮਨੁੱਖ ਸੌਖਾ ਹੋ ਗਿਆ। ਹੁਣ ਅਸਲ ਦੇ ਵਿੱਚ ਕੋਈ ਵੀ ਮਾੜਾ ਕਰਮ ਕਰਦਾ ਪਹਿਲਾਂ ਮਨ ਸੋਚਦਾ ਮਨਾ ਇਹ ਮਾੜਾ ਕੰਮ ਨਾ ਕਰ, ਗੁਰੂ ਤੇ ਕੁਝ ਹੋਰ ਕਹਿੰਦਾ ਹੈ। ਸੋ ਇਹ ਜਿਹੜੀਆਂ ਗੱਲਾਂ ਨੇ, ਸਤ ਸੰਗਤ ਜਿਹੜੀ ਹੈ ਉਹ ਮਨੁੱਖ ਦੇ ਹਿਰਦੇ ਨੂੰ ਬਦਲ ਦਿੰਦੀ ਹੈ। ਸੁਨ ਕੈ ਸਰਬ ਪੀਰ ਭੇ ਠਾਂਡੇ, ਬੰਧਨ ਕਰਹਿ ਪ੍ਰੇਮ ਬਹੁ ਪਾਂਡੇ। ਗੁਰੂ ਜੀ ਦੀਆਂ ਏਡੀਆਂ ਵੱਡੀਆਂ ਵਿਚਾਰਾਂ ਸੁਣ ਕੇ ਜਿੰਨੇ ਵੀ ਫਿਰ ਉੱਥੇ ਫਕੀਰ ਸਨ ਉਹ ਸਾਰੇ ਹੱਥ ਜੋੜ ਕੇ ਖੜੇ ਹੀ ਹੋ ਗਏ ਮਹਾਰਾਜ ਦੇ ਸਾਹਮਣੇ, ਤੇ ਹੱਥ ਜੋੜ ਕੇ ਗੁਰੂ ਜੀ ਦੇ ਸਾਹਮਣੇ ਮੱਥਾ ਟੇਕਦੇ ਨੇ। ਤੇ ਸ਼ਾਇਦ ਕਹਿੰਦੇ ਹੋਣਗੇ ਹੱਥ ਜੋੜ ਕੇ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਹਾਡੀ ਕਮਾਈ ਬੜੀ ਵੱਡੀ ਹੈ। ਮਿਲ ਕੇ ਭੇ ਅਧਿਕਾਏ ਪ੍ਰਸੰਨ, ਕਹਿ ਗੁਰੂ ਨਾਨਕ ਤੁਮ ਧੰਨ। ਮਿਲ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬਚਨ ਸੁਣ ਸੁਣ ਕੇ ਹੱਥ ਜੋੜ ਕੇ ਕਹਿੰਦੇ ਨੇ, ਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਸੀਂ ਧੰਨ ਹੋ। ਤਿਨ ਕੇ ਵਿਦਾ ਹੋਏ ਸੁਖਦਾਈ, ਗਮਨੇ ਮੰਦ ਮਦ, ਗਮਨੇ ਮਦ ਮਦ ਪਕ ਜਾਈ। ਉਹਨਾਂ ਤੋਂ ਵਿਦਾ ਹੋਏ ਗੁਰੂ ਮਹਾਰਾਜ ਜੀ ਅੱਗੇ ਚੱਲ ਪਏ। ਮੰਦ ਮੰਦ ਕਦਮ, ਹੌਲੀ ਹੌਲੀ ਗੁਰੂ ਜੀ ਚੱਲ ਰਹੇ ਨੇ, ਹੌਲੀ ਹੌਲੀ ਚੱਲਦੇ ਚੱਲਦੇ ਅੱਗੇ ਚਲੇ ਗਏ ਹਨ। ਸ਼੍ਰੀ ਅੰਗਦ ਸੁਣੀਏ ਤੇ ਕਾਲਾ, ਮੈਂ ਬੂਝੇ ਤਬ ਦੀਨ ਦਇਆਲਾ। ਨਾਲ ਦੀ ਨਾਲ ਭਾਈ ਬਾਲਾ ਜੀ ਕਹਿੰਦੇ ਨੇ, ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਮੈਂ ਫਿਰ ਗੁਰੂ ਨਾਨਕ ਦੇਵ ਜੀ ਨੂੰ ਇੱਕ ਪ੍ਰਸ਼ਨ ਕੀਤਾ। ਇਨਕੇ ਵਿਖੇ ਪੀਰ ਕੋ ਨੀਕਾ, ਸੁਣ ਬੋਲੇ ਬੇਟੀ ਕੁਲ ਟੀਕਾ। ਗੁਰੂ ਜੀ ਨੂੰ ਪੁੱਛਦਾ ਭਾਈ ਬਾਲਾ ਮਹਾਰਾਜ, ਇਹਨਾਂ ਦੇ ਵਿੱਚ ਕਿਹੜਾ ਪੀਰ ਸੀ ਜਿਹੜਾ ਬੜਾ ਮਹਾਨ ਸੀ, ਜਿਹੜਾ ਬਹੁਤ ਵੱਡਾ ਸੀ, ਉਹਦੇ ਬਾਰੇ ਦੱਸੋ। ਭਾਈ ਬਾਲੇ ਦੇ ਇਹ ਵਾਲਾ ਸਵਾਲ ਪੁੱਛ ਕੇ, ਇਹ ਵਾਲਾ ਸਵਾਲ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਣਿਆ, ਬੇਦੀ ਕੁਲ ਦੇ ਤਿਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਜਵਾਬ ਦਿੱਤਾ ਹੈ। ਮਸਤ ਬ੍ਰੇਜ ਨਾਮ ਹੈ ਜਿਹ ਕੋ, ਸਭ ਤੇ ਉੱਚੋ ਪਦ ਹੈ ਤੇ ਕੋ। ਕਹਿੰਦੇ ਜਿਹੜਾ ਸ਼ਮਸਤ ਬਰੇਜ ਨਾਮ ਦਾ ਜਿਹੜਾ ਪੀਰ ਸੀ ਨਾ ਇਹਨਾਂ ਵਿੱਚ, ਉਹ ਪੀਰ ਜਿਹੜਾ ਹੈ ਉਹ ਸਭ ਤੋਂ ਉੱਚਾ ਸੀ। ਇਸ ਕੋ ਸੁਨੋ ਸਰਬ ਪ੍ਰਸੰਗ, ਜਿਸ ਪ੍ਰਕਾਰ ਭਾ ਮਤੋ ਉਤੰਗ। ਅਸਲ 'ਚ ਮਹਾਰਾਜ ਕਹਿੰਦੇ ਨੇ ਵੀ ਉਹਦਾ ਪ੍ਰਸੰਗ ਸੁਣ ਬਾਲਿਆ। ਉਹ ਜਿਹੜਾ ਫਕੀਰ ਹੈ ਸ਼ਮਸਤ ਬਰੇਜ ਪੀਰ, ਇੱਡੀ ਵੱਡੀ ਉਪਾਧੀ ਉਹਨੇ ਕਿਵੇਂ ਪ੍ਰਾਪਤ ਕੀਤੀ। ਰੂਪ ਵਿਲਾਇਤ ਜਹਾਂ ਸੋ ਆਹੇ ਹੀ, ਪੇਜਾਂ ਤਾਹੇ ਮਨਸੂਰ ਸੋ ਰਹੇ ਹੀ। ਕਹਿੰਦੇ ਅਸਲ 'ਚ ਜਿਹੜਾ ਰੂਮ ਦੇਸ਼ ਹੈ ਨਾ, ਰੂਮ ਵਿਲਾਇਤ ਵਿਦੇਸ਼ ਵਿੱਚ, ਉੱਥੇ ਪੇਂਜਾ ਮਨਸੂਰ ਨਾਮ ਦਾ ਇੱਕ ਫਕੀਰ ਰਹਿੰਦਾ ਸੀ। ਮਿਲ ਕੋ ਸੰਤ ਕੋ ਤਾਹੇ ਮਹਾਨਾ, ਸਗਰੋ ਜੀਵ ਭਾਵ ਕੀਏ ਹਨ। ਉਸ ਮਨਸੂਰ ਨੂੰ ਇੱਕ ਸੰਤ ਮਿਲਿਆ। ਉਹ ਜਦੋਂ ਸੰਤ ਮਨਸੂਰ ਨੂੰ ਮਿਲਿਆ, ਉਹਨੇ ਮਨਸੂਰ ਦੇ ਅੰਦਰੋਂ ਤੋਂ ਜਿੰਨੀਆਂ ਵੀ ਭਾਵਨਾ ਸਨ, ਦੂਜੀਆਂ ਜਿੰਨੀਆਂ ਵੀ ਮਾੜੀਆਂ ਭਾਵਨਾ ਸਨ, ਜੀਵ ਦੇ ਜਿਹੜੇ ਬੰਧਨ ਸਨ, ਉਹ ਸਾਰੇ ਦੇ ਸਾਰੇ ਤੋੜ ਦਿੱਤੇ। ਅੰਨਦ ਹੱਕ ਬੋਲਿਓ ਬਖਿਆਤਾ, ਜੇ ਉਰਤੇ ਭੀ ਦਵੈਤ ਨਿਪਾਤਾ। ਅਸਲ ਦੇ ਵਿੱਚ ਉਹ ਬੋਲ ਪਿਆ। ਜਦੋਂ ਇਹ ਅੰਦਰੋਂ ਦਵੈਤ ਖਤਮ ਹੋਇਆ ਨਾ, ਉਹ ਕਹਿਣ ਲੱਗਿਆ ਮੈਂ ਹੀ ਖੁਦਾ ਹਾਂ। ਭਾਵੇਂ ਕਿ ਸਿੱਖ ਗੁਰਬਾਣੀ ਦੇ ਮੁਤਾਬਕ ਮੈਂ ਖੁਦਾ ਦੀ ਜਿਹੜੀ ਇਹ ਅਨਲ ਹੱਕ ਦੀ ਆਵਾਜ਼ ਨਹੀਂ ਆਉਂਦੀ, ਪਰ ਅਸਲ ਦੇ ਵਿੱਚ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਸਮਝ ਲਓ ਮਨਾ ਤੂੰ ਹੀ ਪਰਮਾਤਮਾ ਹੈ, ਤੂੰ ਜੋਤ ਸਰੂਪ ਹੈ, ਆਪਣੇ ਮੂਲ ਨੂੰ ਪਛਾਣ। ਇਹੀ ਗੱਲ ਮਨਸੂਰ ਨੂੰ ਜਦੋਂ ਪਛਾਣ ਹੋ ਗਈ ਆਪਣੇ ਰੂਪ ਦੀ, ਉਹਨੇ ਕਹਿ ਦਿੱਤਾ ਕੁਛ ਨਹੀਂ ਹੈ, ਸਭ ਗੋਬਿੰਦ ਹੈ, ਮੈਂ ਵੀ ਗੋਬਿੰਦ ਹਾਂ। ਉਹਨੇ ਇਹ ਗੱਲ ਜਿਹੜੀ ਹੈ
ਉਹ ਮੁਖ ਤੋਂ ਉਚਾਰਨ ਕਰ ਦਿੱਤੀ। ਇਹ ਪੁਰ ਰਹਿਤ ਏਕ ਮੌਲਾਨਾ, ਤੁਰਕ ਸਰਾ ਮਤ ਚੱਲਣ ਬਹਾਨਾ। ਉੱਥੇ ਹੀ ਫਿਰ ਉਹਦੇ ਸ਼ਹਿਰ ਦੇ ਅੰਦਰ, ਮਨਸੂਰ ਦੇ ਸ਼ਹਿਰ ਦੇ ਅੰਦਰ ਇੱਕ ਮੁੱਲਾ ਜੀ ਰਹਿੰਦੇ ਸਨ, ਜਿਹੜੇ ਬੜੇ ਕੱਟੜ ਸੀ ਧਰਮ ਦੇ। ਉਹ ਮੁੱਲਾ ਜੀ ਨੇ ਜਦੋਂ ਇਹ ਆਵਾਜ਼ ਸੁਣੀ ਵੀ ਆਪਣੇ ਆਪ ਨੂੰ ਇਹ ਖੁਦਾ ਕਹਿੰਦਾ ਹੈ, ਅਨਹਦ ਹੱਕ ਬੋਲਤ ਤੇ ਸੁਣਿਓ, ਰਹਿਓ ਹਟਾਏ ਅਧਿਕ ਡਰ ਭਣਿਓ। ਕਹਿੰਦੇ ਅਸਲ 'ਚ ਜਦੋਂ ਉਹਨਾਂ ਸੁਣਿਆ ਇਹ ਖੁਦ ਨੂੰ ਖੁਦਾ ਕਹਿੰਦਾ ਹੈ, ਉਹਨਾਂ ਬੜੀ ਵਾਰੀ ਢਾਇਆ, ਮਨਸੂਰ ਤੂੰ ਇਹ ਨਾ ਕਿਹਾ ਕਰ ਮੈਂ ਖੁਦਾ ਹਾਂ। ਪਰ ਮਨਸੂਰ ਤੇ ਪਹੁੰਚ ਗਿਆ ਸੀ ਰੱਬ ਦੇ ਦਰਬਾਰ 'ਚ। ਉਹ ਤੇ ਜਪ ਜਪ ਕੇ ਪਰਮਾਤਮਾ ਦੀ ਬੰਦਗੀ ਕਰ ਕਰਕੇ ਮਨਸੂਰ ਜਿਹੜਾ ਪਹੁੰਚ ਚੁੱਕਿਆ ਸੀ। ਜਾਂ ਕੋ ਇਹ ਵਰਤ ਪ੍ਰਾਪਤ ਹੋਈ, ਡਰ ਕਹਿ ਕੋ ਨਹਿ ਮਾਨਤ ਸੋਈ। ਅਸਲ 'ਚ ਗੁਰੂ ਜੀ ਕਹਿੰਦੇ ਨੇ ਪਰ ਜਿਹਨੂੰ ਇਹ ਵਸਤੂ ਪ੍ਰਾਪਤ ਹੋ ਜਾਏ, ਜਿਹਨੂੰ ਪਰਮਾਤਮਾ ਦੀ ਬੰਦਗੀ ਮਿਲ ਗਈ ਹੈ, ਉਹਦੇ ਅੰਦਰ ਡਰ ਫਿਰ ਕੋਈ ਨਹੀਂ ਰਹਿੰਦਾ। ਉਹਦੇ ਅੰਦਰ ਇਹ ਨਹੀਂ ਡਰ ਰਹਿੰਦਾ ਵੀ ਮੈਨੂੰ ਕੋਈ ਮਾਰ ਦੇਵੇਗਾ, ਮੇਰੀ ਕੋਈ ਮੌਤ ਕਰ ਦੇਵੇਗਾ, ਇਹ ਡਰ ਨਹੀਂ ਰਹਿੰਦਾ। ਇਹ ਡਰ ਉਹਨਾਂ ਵਿੱਚ ਖਤਮ ਹੋ ਜਾਂਦਾ। ਗੁਰਬਾਣੀ ਦਾ ਪਾਵਨ ਬੋਲ ਹੈ, ਨਿਰਭਉ ਜਪੈ ਸਗਲ ਭਉ ਮਿਟੈ। ਜਦੋਂ ਮਨੁੱਖ ਨਿਰਭਉ ਨੂੰ ਜਪਦਾ ਹੈ, ਪਰਮਾਤਮਾ ਨੂੰ ਜਪਦਾ ਹੈ, ਉਹਦੇ ਅੰਦਰ ਦੇ ਸਾਰੇ ਜਿਹੜੇ ਭਉ ਨੇ, ਸਾਰੇ ਜਿਹੜੇ ਡਰ ਨੇ, ਉਹ ਖਤਮ ਹੋ ਜਾਂਦੇ ਹਨ। ਕਰਿਓ ਮੁਲਾਨੇ ਬਾਦ ਕਨੇਰਾ, ਨਹਿ ਮਾਨਿਓ ਗਹੇ ਲਿਏ ਬਿਨ ਤੇਰਾ। ਕਹਿੰਦੇ ਅਸਲ 'ਚੋਂ ਮਲਾਨੇ ਨੇ ਬੜਾ ਡੱਕਿਆ। ਜਦੋਂ ਨਾ ਮੰਨਿਆ ਮਨਸੂਰ, ਉਹਨੇ ਫਿਰ ਮਨਸੂਰ ਨੂੰ ਫੜ ਲਿਆ। ਸੂਰੀ ਪਰ ਸੋ ਦੀਨ ਚੜਾਈ, ਅਨਹਲ ਹੱਕ ਬੋਲਿਓ ਤੇ ਖਾਈ। ਉਹਨਾਂ ਕੀ ਕੀਤਾ ਫਿਰ? ਉਹ ਖੁਦਾ ਦੇ ਫਕੀਰ ਮਨਸੂਰ ਨੂੰ ਸੂਲੀ ਤੇ ਚੜਾ ਦਿੱਤਾ। ਅਸਲ 'ਚ ਜਿਹੜੇ ਖੁਦਾ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ ਨਾ, ਉਹਨਾਂ ਦੀ ਫਿਰ ਦੁਨੀਆ ਨਾਲ ਘੱਟ ਹੀ ਬਣਦੀ ਹੈ। ਦੁਨੀਆ ਦੇ ਨਾਲ ਜਿਹੜਾ ਉਹਨਾਂ ਦਾ ਵਿਵਹਾਰ ਹੈ ਘੱਟ ਹੀ ਬਣਦਾ ਹੈ। ਕਿਉਂ? ਮਹਾਰਾਜ ਇਸ ਦੀ ਗੱਲ ਕਹਿੰਦੇ ਨੇ, ਕਿਉਂਕਿ ਉਹ ਗੱਲ ਫਿਰ ਪਰਮਾਰਥ ਦੀ ਕਰਦੇ ਨੇ। ਬਾਣੀ ਕਹਿੰਦੀ ਹੈ, ਭਗਤਾਂ ਐ ਸੰਸਾਰੀਆਂ ਜੋੜ ਕਦੇ ਨਾ ਆਇਆ। ਉਹਨਾਂ ਦਾ ਜੋੜ ਨਹੀਂ ਆਉਂਦਾ ਦੁਨੀਆ ਦੇ ਨਾਲ। ਕਾਰਨ ਕੀ ਹੈ? ਕਿਉਂਕਿ ਉਹਨਾਂ ਸੱਚ ਹੀ ਬੋਲਣਾ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸੱਚ ਜਿਹੜਾ ਸੀ, ਸਮੇਂ ਦੀ ਸਰਕਾਰਾਂ ਨੂੰ ਨਹੀਂ ਹਜ਼ਮ ਹੋਇਆ, ਤੱਤੀ ਤਵੀ ਤੇ ਪਾਇਆ। ਐਵੇਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਜਿਨ੍ਹਾਂ ਨੂੰ ਕਾਹਦਾ ਡਰ ਸੀ, ਉਹਨਾਂ ਨੂੰ ਕਿਹਾ ਵੀ ਗਿਆ, ਡਰਾਵੇ ਵੀ ਦਿੱਤੇ, ਮੰਨ ਜਾਓ, ਧਰਮ ਛੱਡ ਦੇਵੋ, ਸਾਡੇ ਵਾਲਾ ਕਬੂਲ ਕਰੋ ਜਾਂ ਕੋਈ ਤਾਕਤ ਵਿਖਾਓ। ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਨਹੀਂ, ਜਿਨ੍ਹਾਂ ਦੇ ਅੰਦਰ ਰੱਬ ਵਸਦਾ ਹੈ, ਪਰਮਾਤਮਾ ਵਸਦਾ, ਉਹਨਾਂ ਨੂੰ ਕਾਹਦਾ ਡਰ ਹੈ? ਕਹਿੰਦੇ ਨਹੀਂ ਭਾਈ, ਸਾਨੂੰ ਕੋਈ ਡਰ ਨਹੀਂ। ਅਸਲ ਦੇ ਵਿੱਚ ਜਿਨ੍ਹਾਂ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ, ਉਹਨਾਂ ਵਾਸਤੇ ਜਾਂ ਤਾਂ ਫਿਰ ਸੂਲੀਆਂ ਹੁੰਦੀਆਂ ਨੇ, ਜਾਂ ਫਿਰ ਦਿੱਲੀ ਦੇ ਚਾਂਦਨੀ ਚੌਕ ਹੁੰਦੇ ਨੇ, ਜਾਂ ਫਿਰ ਲਾਹੌਰ ਦੀਆਂ ਤੱਤੀਆਂ ਤਵੀਆਂ ਬਣੀਆਂ ਹੁੰਦੀਆਂ ਹਨ। ਸਰਬ ਸਰੀਰ ਭੇਦ ਕੀ ਸੂਰੀ, ਤਦਪ ਨਾ ਡੁੱਲਿਓ ਟਿਕੀ ਬ੍ਰਿਤ ਰੂਰੀ। ਸੂਲੀ ਦੇ ਜਦੋਂ ਚੜੇ, ਸੂਲੀ ਨੇ ਸਾਰੇ ਸਰੀਰ ਨੂੰ ਭੇਦ ਦਿੱਤਾ। ਸਾਰਾ ਸਰੀਰ ਖੂਨ ਨਾਲ ਲੱਥਪੱਥ ਹੋਇਆ, ਪਰ ਉਹਨਾਂ ਦੀ ਬਿਰਤੀ ਨਹੀਂ ਟੁੱਟੀ। ਬਿਰਤੀ ਨਹੀਂ ਪਰਮਾਤਮਾ ਵੱਲੋਂ ਟੁੱਟੀ। ਯਾਦ ਰੱਖਣਾ, ਭਾਈ ਮਤੀ ਦਾਸ ਜੀ ਆਰੇ ਤੇ ਜਦੋਂ ਭਾਈ ਮਤੀ ਦਾਸ ਜੀ ਨੂੰ ਚੜਾਇਆ ਗਿਆ, ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਉਹਨਾਂ ਆਰੰਭ ਕੀਤਾ। ਉਧਰੋਂ ਆਰਾ ਸਰੀਰ ਤੋਂ ਚੱਲਿਆ। ਮਾੜੀ ਜੀ ਸੂਈ ਵੱਜ ਜਾਏ ਨਾ ਸਰੀਰ ਦੇ ਅੰਦਰ, ਮਨੁੱਖ ਕਈ ਵਾਰੀ ਤੇ ਉਹਨੂੰ ਠੀਕ ਹੀ ਕਰਦਾ ਰਹਿੰਦਾ ਵੀ ਸੂਈ ਜਿਹੜੀ ਵੱਜੀ ਹੈ ਵੱਜ ਕਿਵੇਂ ਗਈ। ਪਰ ਸਾਧ ਸੰਗਤ ਜੀ ਯਾਦ ਰੱਖਣਾ, ਕਿੱਡੀ ਪਾਵਰ ਹੋਏਗੀ, ਕਿੰਨੀ ਇਹ ਨਾਮ ਦੇ ਵਿੱਚ ਪਾਵਰ ਹੈ। ਆਪਾਂ ਕਹਿੰਦੇ ਆ ਨਾ, ਨਾਮ ਦੇ ਵਿੱਚ ਬੜੀ ਬੰਦਗੀ 'ਚ ਬੜੀ ਪਾਵਰ ਹੈ, ਬੜੀ ਸ਼ਕਤੀ ਹੈ। ਇਹ ਸ਼ਕਤੀ ਤੁਸੀਂ ਸਿੱਖ ਇਤਿਹਾਸ 'ਚੋਂ ਵੇਖ ਸਕਦੇ ਹੋ। ਇਹ ਸ਼ਕਤੀ ਉਹੀ ਹੈ ਜਿਹੜੀ ਭਾਈ ਮਨੀ ਸਿੰਘ ਦੇ ਵਿੱਚ ਸੀ। ਨਾਮ ਦੀ ਸ਼ਕਤੀ ਜੇ ਵੇਖਣੀ ਹੋਏ ਤੇ ਭਾਈ ਮਤੀ ਦਾਸ ਜੀ ਨੂੰ ਵੇਖੋ। ਭਾਈ ਮਤੀ ਦਾਸ ਜੀ ਆਰੇ ਤੇ ਚੜ੍ਹੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ,
ਆਰਾ ਜਦੋਂ ਤੁਰਿਆ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਆਰੇ ਨੇ 2 ਟੋਟੇ ਕਰ ਦਿੱਤੇ ਸਰੀਰ ਦੇ। ਕਹਿੰਦੇ ਸਰੀਰ ਜਦੋਂ ਥੱਲੇ ਡਿੱਗਿਆ, ਸਰੀਰ ਦੇ ਵਿੱਚੋਂ ਆਵਾਜ਼ ਆ ਰਹੀ ਸੀ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਜਿਹੜੀ ਆਵਾਜ਼ ਹੈ, ਭਾਈ ਸੰਤੋਖ ਗੁਰੂ ਸਾਹਿਬ ਕਹਿ ਰਹੇ ਨੇ, ਜਦੋਂ ਮਨਸੂਰ ਸੂਰੀ ਤੇ ਚੜਿਆ ਉਹਦੇ ਅੰਦਰੋਂ ਫਿਰ ਵੀ ਇਹੀ ਆਵਾਜ਼ ਆ ਰਹੀ ਸੀ, ਖੁਦਾ ਹੈ, ਖੁਦਾ ਹੈ, ਪਰਮਾਤਮਾ ਹੈ, ਪਰਮਾਤਮਾ ਹੈ। ਰੋਨਤ ਕੀ ਬੂੰਦੇ ਧਰ ਪਰਈ, ਅਨਹਲ ਹੱਕ ਕੋ ਸ਼ਬਦ ਉਚਰਈ। ਉਹਦੇ ਖੂਨ ਦੀਆਂ ਬੂੰਦਾਂ, ਭਗਤ ਮਨਸੂਰ ਦੇ ਖੂਨ ਦੀਆਂ ਬੂੰਦਾਂ ਧਰਤੀ ਤੇ ਡਿੱਗੀਆਂ। ਉਹ ਜਿਹੜੀਆਂ ਬੂੰਦਾਂ ਸਨ ਉਹ ਵੀ ਆਵਾਜ਼ ਕਰ ਰਹੀਆਂ ਸਨ, ਅਨਲ ਹੱਕ, ਮੈਂ ਹੀ ਖੁਦਾ ਹਾਂ, ਖੁਦਾ ਹਾਂ। ਉਹ ਮੈਂ ਇਵੇਂ ਕਹਿ ਦਿਆਂ ਗੁਰਬਾਣੀ ਦੇ ਮੁਤਾਬਕ ਉਹ ਆਵਾਜ਼ ਕਰ ਰਹੀਆਂ ਸਨ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਦੇਖ ਮੁਲਾਨੇ ਮਾਨ ਅਚੰਬਾ, ਸੋ ਜਗਾਏ ਦੀ ਲਖੈ ਅਸੰਭਾ। ਕਹਿੰਦੇ ਅਸਲ ਦੇ ਵਿੱਚ ਉਹਨਾਂ ਕੀ ਕੀਤਾ, ਜਦੋਂ ਮੁਲਾਨੇ ਨੇ ਵੇਖਿਆ ਵੀ ਖੂਨ ਦੇ ਛਿੱਟਿਆਂ 'ਚੋਂ ਆਵਾਜ਼ ਆ ਰਹੀ ਹੈ ਅਨਲ ਹੱਕ ਦੀ, ਉਹਨਾਂ ਉਹ ਜਿਹੜੀ ਮਿੱਟੀ ਸੀ ਉਹ ਮਿੱਟੀ ਨੂੰ ਵੀ ਸਾੜ ਦਿੱਤਾ। ਜੇ ਜੀਤੀ ਭਸਮ ਹੋਈ ਤਨ ਕੇਰੀ, ਅਨਹਲ ਹੱਕ ਪੁੰਨ ਪੁੰਨ ਸੋ ਟੇਰੀ। ਜਿਹੜੀ ਮਿੱਟੀ ਵੀ ਭਸਮ ਹੋਈ ਨਾ, ਉਹ ਮਿੱਟੀ ਵੀ ਅਨਲ ਹੱਕ ਦੀ ਆਵਾਜ਼ ਦੇ ਰਹੀ ਸੀ। ਏਡੀ ਵੱਡੀ ਘਾਲਣਾ, ਜਿਵੇਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸੀਸ ਜਦੋਂ ਇੱਥੇ ਆਇਆ, ਮੇਰੇ ਮਹਾਰਾਜ ਜੀ ਦੇ ਸੀਸ 'ਚ ਖੂਨ ਦੀਆਂ ਬੂੰਦਾਂ ਵੀ ਤੇ ਇੱਥੇ ਪਈਆਂ ਹੋਣਗੀਆਂ। ਤਾਂ ਹੀ ਅਸੀਂ ਕਹਿੰਦੇ ਉਹ ਪਾਵਨ ਧਰਤੀ ਹੈ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ, ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ, ਇਹ ਧਰਤੀ ਇਹ ਕਰਮਾਂ ਵਾਲੀ ਹੈ, ਜਿੱਥੇ ਏਡੇ ਵੱਡੇ ਮਹਾਨ ਸ਼ਹੀਦ ਦੁਨੀਆ ਦੇ, ਜਿਨ੍ਹਾਂ ਦਾ ਕੋਈ ਨਿੱਜੀ ਮੰਤਵ ਨਹੀਂ ਹੈ, ਕੋਈ ਨਿੱਜੀ ਵਿਵਹਾਰ ਵਾਸਤੇ ਨਹੀਂ ਸ਼ਹੀਦੀ ਪਾ ਰਹੇ, ਕਿਸੇ ਗੈਰ ਵਾਸਤੇ, ਸੱਚਾਈ ਵਾਸਤੇ, ਪਰਮਾਤਮਾ ਦੀ ਆਵਾਜ਼ ਨੂੰ, ਦੁਨੀਆ ਤੇ ਜ਼ੋਰ ਨੂੰ, ਧੱਕੇ ਨੂੰ ਦੂਰ ਕਰਨ ਦੇ ਲਈ ਮੇਰੇ ਮਹਾਰਾਜ ਜੀ ਦੀ ਜਿਹੜੀ ਇਹ ਆਵਾਜ਼ ਅੱਜ ਵੀ ਗੁਰਦੁਆਰਾ ਜੀ ਸੀਸਗੰਜ ਸਾਹਿਬ ਤੋਂ ਉਵੇਂ ਹੀ ਬੁਲੰਦ ਹੈ। ਜਿਹੜੀ ਆਵਾਜ਼ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬੁਲੰਦ ਕੀਤੀ, ਅੱਜ ਵੀ ਜਿਹੜੀ ਆਵਾਜ਼ ਹੈ, ਜਦੋਂ ਅਖੰਡ ਪਾਠ ਸਾਹਿਬ ਚੱਲਦੇ ਨੇ, ਗੁਰਬਾਣੀ ਚੱਲਦੀ ਹੈ, ਗੁਰਬਾਣੀ ਦੀਆਂ ਉਹ ਆਵਾਜ਼ਾਂ ਅੱਜ ਵੀ ਬੁਲੰਦ ਨੇ। ਪਰ ਸਾਧ ਸੰਗਤ ਜੀ ਯਾਦ ਰੱਖਣਾ, ਜਿਨ੍ਹਾਂ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਰਾਜ ਜੀ ਨੂੰ ਉਹਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹਿਆ, ਅੱਜ ਉਹਨਾਂ ਦੇ ਸੁਣਨ ਵਾਲੇ ਕੰਨ ਹੀ ਨਹੀਂ ਰਹੇ। ਆਵਾਜ਼ ਨਹੀਂ ਬੰਦ ਹੋਈ, ਆਵਾਜ਼ ਤੇ ਜਿੱਥੇ ਜਿੱਥੇ ਮਹਾਰਾਜ ਜੀ ਦਾ ਸੀਸ ਗਿਆ, ਉੱਥੋਂ ਅੱਜ ਵੀ ਸਪੀਕਰਾਂ 'ਚੋਂ ਆਵਾਜ਼ ਹੀ ਆਉਂਦੀ ਹੈ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਜਿੱਥੇ ਜਿੱਥੇ ਵੀ ਮਹਾਰਾਜ ਜੀ ਦਾ ਸੀਸ ਗਿਆ, ਅੱਜ ਉਹ ਸੁਣਨ ਵਾਲੇ ਨਹੀਂ ਰਹੇ, ਉਹ ਆਪ ਚਲੇ ਗਏ। ਪਰ ਮਹਾਰਾਜ ਜੀ ਦੇ ਗੁਰਦੁਆਰਿਆਂ 'ਚੋਂ ਅੱਜ ਵੀ ਇਹ ਆਵਾਜ਼ ਆਉਂਦੀ ਹੈ, ਨਾ ਕਿਸੇ ਦਾ ਡਰ ਲੈਣਾ, ਨਾ ਕਿਸੇ ਨੂੰ ਡਰ ਦੇਣਾ ਹੈ। ਅੱਜ ਸ਼ੀਸ਼ੇ ਮਹਿ ਸੋ ਤਿਨ ਪਾਈ, ਕਰਤੈ ਖਾਮ ਧਰੇ ਘਰ ਜਾਈ। ਇੱਕ ਬੜਾ ਵੱਡਾ ਉਹਨੇ ਫਿਰ ਕਾਜੀ ਨੇ ਕੀ ਕੀਤਾ, ਜਿਹੜੀ ਮਿੱਟੀ ਸੀ ਨਾ, ਉਹ ਮਿੱਟੀ ਨੂੰ ਬੋਤਲ ਦੇ ਵਿੱਚ ਪਾ ਦਿੱਤਾ, ਕੱਚ ਦੀ ਬੋਤਲ ਦੇ ਵਿੱਚ ਪਾ ਕੇ ਮਨਸੂਰ ਦੀ ਜਿਹੜੀਆਂ ਖੂਨ ਦੀਆਂ ਬੂੰਦਾਂ ਸਨ ਉਹਨੂੰ ਬੰਦ ਕਰ ਦਿੱਤਾ। ਕਰਿਓ ਕੈਦ ਐਸੇ ਮਨ ਜਾਨੀ, ਅਨਹਲ ਹੱਕ ਨਹਿ ਬੋਲਹਿ ਬਾਨੀ। ਉਹਨੇ ਸ਼ੀਸ਼ੇ ਵਿੱਚ ਤਾਂ ਬੰਦ ਕੀਤਾ, ਉਹ ਸੋਚਦਾ ਸੀ ਸ਼ਾਇਦ ਹੁਣ ਇਹ ਜਿਹੜੀਆਂ ਬੂੰਦਾਂ ਨੇ ਇਹ ਅਨਲ ਹੱਕ ਦੀ ਆਵਾਜ਼ ਨਹੀਂ ਦੇਣਗੀਆਂ। ਕੇਤਕ ਕਾਲ ਜਬ ਬੀਤਿਓ ਬੁਝਾਰੀ, ਕਹਿ ਕੇ ਤਨੂਆ ਹੂਤੀ ਕੁਆਰੀ। ਕਹਿੰਦੇ ਬੜਾ ਸਮਾਂ ਬੀਤਿਆ, ਉਹ ਕਾਜੀ ਦੇ ਘਰ ਇੱਕ ਲੜਕੀ ਵੀ ਹੈ ਸੀ। ਜੋ ਕੋਈ ਲੈ ਸੀਸਾ ਮੁਖ ਖੋਲਣ ਕੀਨਾ, ਸੁੰਗਿਓ ਲਖਿਓ ਸੁਗੰਧ ਬੇਹੀਨਾ। ਅਸਲ ਦੇ ਵਿੱਚ ਇਹ ਬੜਾ ਵੱਡਾ ਕੋਤਕ ਰੱਬ ਨੇ ਵਰਤਾਇਆ। ਪਰਮਾਤਮਾ ਜਦੋਂ ਵਰਤਾਉਂਦਾ ਹੈ, ਅਸਲ 'ਚ ਉਹਦੀ ਲੜਕੀ ਨੇ ਫਿਰ ਉਹ ਜਿਹੜੀ ਉਹ ਮਿੱਟੀ ਸੀ ਉਹ ਛਕ ਲਈ। ਕਾਢ ਬੀਚ ਤੇ ਮੁਖ ਮਹਿ ਪਾਈ,
ਕਛੂ ਨ ਸਾਧ ਤਾਹੇ ਕੋ ਆਈ। ਉਹਨੇ ਜਦੋਂ ਖਾ ਲਈ ਉਹ ਮਿੱਟੀ ਖਾਧੀ, ਪਰ ਉਹਨੂੰ ਉਹ ਖਾਣ ਦੇ ਨਾਲ ਕੋਈ ਵੀ ਸਵਾਦ ਨਾ ਆਇਆ। ਹਿਰਦੇ ਵਿਚਾਰਤ ਇਹੋ ਜਿਹਾ ਹੋਈ, ਸਾਚ ਸਾਧ ਸੁਗੰਧ ਨ ਜਿਸ ਮਹਿ ਕੋਈ। ਉਹ ਮਨ ਦੇ ਵਿੱਚ ਸੋਚਦੀ ਹੈ ਇਹ ਅਸਲ ਦੇ ਵਿੱਚ ਕੀ ਐਸੀ ਚੀਜ਼ ਜਿਹਦੇ ਵਿੱਚ ਕੋਈ ਵੀ ਸੁਗੰਧ ਨਹੀਂ ਹੈ। ਇਤਨੇ ਆਨ ਘਰੀ ਧਰੀ ਘਰ ਮਾਹੀ, ਕੇਸੂ ਕਾਜ ਕੀ ਦੀਸਤ ਨਾਹੀ। ਕਹਿੰਦੇ ਮੇਰੇ ਪਿਤਾ ਨੇ ਘਰ ਕਿਉਂ ਰੱਖੀ ਹੈ, ਇਹ ਕਿਹੜੇ ਕੰਮ ਆਏਗੀ। ਤਬ ਤੇ ਹਲਮ ਰਹਿਓ ਤਿਸ ਤਾਈ, ਕੇਤਕ ਦਿਨ ਭੇ ਚਿਹਨ ਲਖਾਈ। ਪਰ ਅਸਲ ਦੇ ਵਿੱਚ ਕੀ ਹੋਇਆ, ਪਰਮਾਤਮਾ ਦੀ ਐਸੀ ਕਲਾ ਵਾਪਰੀ। ਉਹ ਮਿੱਟੀ ਖਾਧੀ ਹੈ ਲੜਕੀ ਨੇ, ਉਹਦੇ ਕੋਲ ਗਰਭ ਠਹਿਰ ਗਿਆ ਹੈ। ਬਾਦਰ ਪਿਦਰ ਪੇਖੰਤ ਪੇਖਤ ਬਿਸਮਾਨੇ, ਦੁਖ ਤਰ ਕੋ ਕਰਮ ਪਹਿਚਾਨੇ। ਮਾਤਾ ਪਿਤਾ, ਕਿਉਂਕਿ ਪਰਮਾਤਮਾ ਜਿਹੜਾ ਹੈ, ਪਰਮਾਤਮਾ ਦੀ ਅਜ਼ਮਤ ਐਸੀ ਹੈ, ਉਹ ਕੁਝ ਵੀ ਕਰ ਸਕਦਾ ਹੈ। ਐਸੇ ਜਿਹੜੇ ਆਪ ਮਹਾਭਾਰਤ ਸ਼੍ਰੀ ਰਾਮਾਇਣ ਨੂੰ ਪੜ੍ਹੋਗੇ, ਐਸੇ ਜਿਹੜੇ ਆਪ ਜੀ ਨੂੰ ਸੀਨ ਨੇ ਉੱਥੇ ਬੜੇ ਵੇਖਣ ਨੂੰ ਮਿਲਦੇ ਹਨ। ਜਿਵੇਂ ਹੁਣ ਉਹ ਕਹਿੰਦਾ ਹੈ ਮਾਤਾ ਪਿਤਾ ਸੋਚਦੇ ਨੇ, ਜਿਵੇਂ ਭਗਤ ਕਬੀਰ ਸਾਹਿਬ ਜੀ ਨੂੰ ਕਹਿੰਦੇ ਉਹਨਾਂ ਨੂੰ ਵੀ ਉੱਥੇ ਮਾਤਾ ਪਿਤਾ ਜੀ ਨੇ ਚੁੱਕ ਕੇ ਕਹਿੰਦੇ ਉਹ ਲੜਕੀ ਦੇ ਘਰ ਉਹਨਾਂ ਦਾ ਜਨਮ ਹੋਇਆ, ਕੁਵਾਰੀ ਕੰਨਿਆ ਸੀ, ਉਹਨਾਂ ਨੂੰ ਨਦੀ ਦੇ ਵਿੱਚ ਰੜਾ ਦਿੱਤਾ ਸੀ। ਐਵੇਂ ਹੀ ਇਹ ਜਿਹੜੀ ਲੜਕੀ ਉਹਦੇ ਮਾਤਾ ਪਿਤਾ ਸੋਚਦੇ ਨੇ, ਐਵੇਂ ਤੇ ਜਿਹੜੀ ਬਹੁਤ ਬੇਇੱਜ਼ਤੀ ਹੋ ਜਾਏਗੀ। ਜਿਤ ਮੈਂ ਚਿੰਤਾ ਬਦੀ ਪੀਸਾਲਾ, ਇਉ ਵਿਚਾਰ ਕੀਨੋ ਤੇ ਕਾਲਾ। ਉਹਨਾਂ ਨੇ ਕਿਹਾ, ਆਪਣੇ ਮਨ 'ਚ ਵਿਚਾਰ ਕੀਤਾ ਮਾਤਾ ਅਤੇ ਪਿਤਾ ਨੇ, ਇਸ ਕੋ ਮਾਰਨ ਹੈ ਸੁਭ ਕਾਜਾ, ਸਭ ਜਗ ਮਹਿ ਰਹੇ ਆਵਤ ਲਾਜਾ। ਉਹਨਾਂ ਨੇ ਕਿਹਾ ਇਹਨੂੰ ਮਾਰਨਾ ਹੀ ਹੁਣ ਠੀਕ ਹੈ, ਜੇ ਇਹਨੂੰ ਮਾਰ ਦਵਾਂਗੇ ਸਾਰਿਆਂ ਦੇ ਵਿੱਚ ਸਾਡੀ ਲਾਜ ਰਹਿ ਜਾਏਗੀ। ਨਿਸਾ ਵਿਖੇ ਜਬ ਪਰ ਕੈ ਸੋਇਓ, ਇਸ ਪ੍ਰਕਾਰ ਕੋ ਸੁਪਨੋ ਹੋਇਓ। ਪਰ ਜਦੋਂ ਉਹਨਾਂ ਨੂੰ ਮਾਰਨ ਦੀ ਗੱਲ ਛੇੜੀ ਹੈ, ਪਰ ਨਾਲ ਦੀ ਨਾਲ ਉਹਨਾਂ ਨੂੰ ਫਿਰ ਮਾਤਾ ਪਿਤਾ ਨੂੰ ਰਾਤ ਨੂੰ ਸੁਪਨਾ ਆਇਆ ਹੈ। ਦੁਖ ਤਰ ਮਾਰਨ ਜੋ ਮਨ ਠਾਨੀ, ਇਹ ਬਿਦ ਤੋਏ ਹੋਏ ਦੁਖ ਦਾਨੀ। ਕਹਿੰਦੇ ਅਸਲ 'ਚ ਉਹਨਾਂ ਨੂੰ ਸੁਪਨਾ ਪਤਾ ਵੀ ਕੀ ਆਇਆ, ਕਹਿੰਦੇ ਜੇ ਤੁਸੀਂ ਇਹਨੂੰ ਮਾਰਿਆ ਤੁਹਾਡੇ ਨਾਲ ਬੜਾ ਮਾੜਾ ਹੋਏਗਾ। ਨਾਸ ਹੋਏਗੋ ਤੋਰ ਤਦਾਈ, ਨਾਹੇ ਤਜ ਦੇਹੋ ਇਸ ਮਤ ਤਾਈ। ਪਰਮਾਤਮਾ ਨੇ ਐਸਾ ਸੁਪਨਾ, ਆਪ ਪਰਮਾਤਮਾ ਪ੍ਰਗਟ ਹੋਇਆ। ਕਹਿੰਦੇ ਇਹ ਜਿਹੜਾ ਬੱਚਾ ਹੈ ਬੜਾ ਕੀਮਤੀ ਹੈ, ਇਹ ਜਿਹੜਾ ਬੱਚਾ ਹੈ ਅਸਲ ਦੇ ਵਿੱਚ ਇਹਦੇ ਵਿੱਚ ਖੁਦਾ ਦੀ ਬਖਸ਼ਿਸ਼ ਹੈ। ਕਹਿੰਦੇ ਜੇ ਤੁਸੀਂ ਇਹਨਾਂ ਨੂੰ ਮਾਰਿਆ, ਇਹ ਬੱਚੇ ਨੂੰ ਮਾਰਿਆ, ਤੁਹਾਡਾ ਉਸੇ ਟਾਈਮ ਹੀ ਨਾਸ਼ ਹੋ ਜਾਵੇਗਾ। ਰਿੰਦੇ ਬੁਲਾਨੇ ਭੈ ਤਬ ਖਾਈ, ਰਾਖੀ ਦੁਖ ਤਰ ਸਦਨ ਦੁਰਾਈ। ਕਹਿੰਦੇ ਅਸਲ 'ਚ ਫਿਰ ਮੁਲਾਣੇ ਨੇ ਆਪਣੇ ਦਿਲ ਦੇ ਵਿੱਚ ਬੜਾ ਭੈ ਖਾਦਾ ਵੀ ਨਾਸ਼ ਨਾ ਹੋਏ। ਉਹਨਾਂ ਫਿਰ ਆਪਣੀ ਤੰਨਿਆਂ ਨੂੰ ਘਰ ਦੇ ਵਿੱਚ ਛੁਪਾ ਕੇ ਰੱਖਿਆ। ਭਇਓ ਮਾਸ ਨੌ ਜਨਮਿਓ ਬਾਲਕ, ਲਿਓ ਮੁਲਾਨੇ ਕਰ ਤਤਕਾਲਕ। ਜਦੋਂ ਬਾਲਕ ਨੇ ਜਨਮ ਲਿਆ, ਮੁਲਾਣੇ ਨੇ ਨਾਲੋਂ ਨਾਲ ਬਾਲਕ ਨੂੰ ਫੜ ਲਿਆ ਹੈ। ਇੱਕ ਮਟਕੇ ਕੇ ਭੀਤਰ ਡਾਰਾ, ਮੂੰਦ ਬਹਾਇਓ ਨਦੀ ਮੁਜਾਰਾ। ਉਹਨੇ ਇੱਕ ਮਟਕੇ ਦੇ ਵਿੱਚ ਬਾਲਕ ਨੂੰ ਰੱਖਿਆ ਤੇ ਨਦੀ ਦੇ ਵਿੱਚ ਬਹਾ ਦਿੱਤਾ। ਕਾਂਜਰ ਹੂਤੋ ਤੀਰ ਪਰ ਬਾਰੀ, ਲਿਏ ਨਿਕਾਸ ਤੇ ਲੋਕ ਤੇ ਖੋਲ ਨਿਹਾਰੀ। ਅਸਲ ਦੇ ਵਿੱਚ ਨਦੀ ਦੇ ਕੰਢੇ ਤੇ ਇੱਕ ਧੋਬੀ ਸੀ। ਉਹ ਧੋਬੀ ਨੇ ਜਦੋਂ ਰੱਬ ਨੇ ਕਿਸੇ ਨਾ ਕਿਸੇ ਬਹਾਨੇ ਤੇ ਮਨਸੂਰ ਦਾ ਬਦਲਾ ਲੈਣਾ ਹੀ ਸੀ, ਕਿਉਂਕਿ ਅਸਲ 'ਚ ਹੁੰਦਾ ਹੀ ਐਵੇਂ ਹੈ। ਜਦੋਂ ਪਰਮਾਤਮਾ ਦੇ ਭਗਤ ਨੂੰ ਕੋਈ ਦੁੱਖ ਪਹੁੰਚਾਉਂਦਾ, ਪਰਮਾਤਮਾ ਐਸੀ ਗੱਲ ਨਹੀਂ ਉਹਦਾ ਬਦਲਾ ਨਹੀਂ ਲੈਂਦਾ, ਬਦਲਾ ਤੇ ਲੈਂਦਾ। ਹੁਣ ਬਹਾਨੇ ਤੇ ਕਿਸੇ ਨਾ ਕਿਸੇ ਲੈਣਾ ਹੀ ਹੈ। ਕਹਿੰਦੇ ਨਾਲ ਦੀ ਨਾਲ ਜਦੋਂ ਉਹਨੇ ਧੋਬੀ ਨੇ ਕੱਢਿਆ, ਉਹਨੂੰ ਧੋਬੀ ਨੇ ਕੱਢ ਕੇ ਉਹਨੂੰ ਫੜ ਲਿਆ ਹੈ। ਜਬੇ ਬਿਲੋਕਿਓ ਅੰਤਰ ਕੋਦਕ, ਲੀਨ ਉਚਾਏ ਤਾਹੇ ਔਰ ਮੋਦਕ। ਜਦੋਂ ਉਹਨੇ ਵੇਖਿਆ ਇਹਦੇ ਅੰਦਰ ਤੇ ਕੋਈ ਬੱਚਾ ਹੈ, ਉਹਨੇ ਬੱਚੇ ਨੂੰ ਬਾਹਰ ਕੱਢਿਆ, ਦਿਲ ਦੇ ਵਿੱਚ ਬੜਾ ਖੁਸ਼ ਹੋਇਆ। ਆਨੇ ਆਨ ਪਾਰਨਾ ਕੀਨੋ,
ਸ਼ਮਸ਼ ਤਰਪੇਜ ਨਾਮ ਧਰ ਲੀਨੋ। ਉਹਨੇ ਜਦੋਂ ਬੱਚੇ ਨੂੰ ਘਰ ਲਿਆਂਦਾ, ਘਰ ਲਿਆ ਕੇ ਬੱਚੇ ਦੀ ਪਾਲਣਾ ਕੀਤੀ ਤੇ ਬੱਚੇ ਦਾ ਨਾਮ ਸ਼ਮਸਤ ਵਰੇਜ ਰੱਖ ਦਿੱਤਾ। ਕੇਤਕ ਬਰਖ ਮਹਿ ਭਇਓ ਵਡੇਰੋ, ਜੇ ਮਸਤਾਨੋ ਤੌਰ ਕਨੇਰੋ। ਕਹਿੰਦੇ ਕਈ ਵਰਖਾਂ ਦੇ ਵਿੱਚ ਉਹ ਜਿਹੜਾ ਬਾਲਕ ਹੈ ਉਹ ਵੱਡਾ ਹੋ ਗਿਆ, ਪਰ ਵੱਡਾ ਹੋਇਆ ਤੇ ਜ਼ਰੂਰ, ਪਰ ਕਹਿੰਦੇ ਨਾ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਹੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜਿਵੇਂ ਜਨਮ ਤੋਂ ਹੀ ਮਹਾਰਾਜ ਜੀ ਨੇ ਗੁਰਮਤ ਨੂੰ ਪਛਾਣ ਲਿਆ। ਉਹ ਬਾਲਕ ਜਦੋਂ ਵੱਡਾ ਹੋਇਆ ਸ਼ਮਸਤ ਵਰੇਜ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਬਾਲਕ ਜਦੋਂ ਵੱਡਾ ਹੋਇਆ, ਬਾਲਕ ਦੇ ਵੱਡੇ ਹੁੰਦਿਆਂ ਹੀ ਉਹਦੇ ਅੰਦਰ ਜਿਹੜੇ ਸੰਤਾਂ ਦੇ ਮਹਾਤਮਾ ਦੇ ਗੁਣ ਪਹਿਲਾਂ ਹੀ ਪ੍ਰਗਟ ਹੋ ਗਏ। ਤੇ ਮੁੱਲਾ ਕੀ ਮਕਤਬ ਜੋਈ, ਇੱਕ ਦਿਨ ਮਹਿ ਪਹੁੰਚਿਓ ਚੱਲ ਸੋਈ। ਉਹੀ ਮੁੱਲਾ ਜਿਹਨੇ ਮਨਸੂਰ ਨੂੰ ਸੂਲੀ ਤੇ ਚੜਾਇਆ ਸੀ, ਇੱਕ ਦਿਨ ਫਿਰ ਉਹੀ ਬਾਲਕ ਸ਼ਮਸਤ ਵਰੇਜ ਜਿੱਥੇ ਉਹ ਮੁੱਲਾ ਦਾ ਮਦਰਸਾ ਸੀ ਉੱਥੇ ਚਲਾ ਗਿਆ ਹੈ। ਬਾਲਕ ਮਿਲੇ ਬਿੰਦਰ ਤੇ ਖਾਨਾ, ਪੜ੍ਹ ਹੈ ਸਬਕ ਕਿਤਾਬ ਕੁਰਾਨਾ। ਉੱਥੇ ਉਹਨੂੰ ਬੜੇ ਬਾਲਕ ਮਿਲੇ ਸ਼ਮਸਤ ਵਰੇਜ ਨੂੰ, ਜਿਹੜੇ ਸਾਰੇ ਦੇ ਸਾਰੇ ਬਾਲਕ ਸੀ ਉਹ ਉੱਥੇ ਕੁਰਾਨ ਦਾ ਸਬਕ ਪੜ੍ਹ ਰਹੇ ਸਨ। ਤੇ ਚਿੰਨ ਤਹਾਂ ਬੁਲਾਨਾ ਨਾਹੀ, ਗਿਆ ਹੂਤੋ ਆਪਣੇ ਘਰ ਮਾਹੀ। ਉੱਥੇ ਜਿਹੜਾ ਮੁਲਾਨਾ ਨਹੀਂ ਸੀ, ਉਦੋਂ ਬੱਚੇ ਬੱਚੇ ਸਨ, ਮੁਲਾਨਾ ਆਪਣੇ ਘਰ ਗਿਆ ਹੋਇਆ ਸੀ। ਲੈ ਲੈ ਕਿਤਾਬ ਸਭ ਕੀ ਬਰਿਆਈ, ਆਏ ਆਏ ਹੋਜ ਮਹਿ ਦੀਨ ਬਗਾਈ। ਉਹਨੇ ਕੀ ਕੀਤਾ ਸ਼ਮਸਤ ਵਰੇਜ ਨੇ, ਸਾਰਿਆਂ ਦੀਆਂ ਕਿਤਾਬਾਂ ਫੜ ਕੇ ਇੱਕ ਚਬੱਜੇ ਵਿੱਚ ਸੁੱਟ ਦਿੱਤੀਆਂ ਹਨ। ਤਬ ਹੀ ਭਇਓ ਸ਼ਿਸ਼ਨ ਮਹਿ ਗੋ ਰੋ ਰੋਰਾ, ਆਇਓ ਮੁਲਾਨਾ ਘਰ ਤੇ ਦੌਰਾ। ਸਾਰੇ ਬੱਚਿਆਂ ਰੋਲਾ ਪਾ ਦਿੱਤਾ ਵੀ ਇਹਨੇ ਬਾਲਕ ਨੇ ਆ ਕੇ ਸਾਰਿਆਂ ਦੀਆਂ ਕਿਤਾਬਾਂ ਹੀ ਸੁੱਟਤੀਆਂ ਨੇ, ਅਸੀਂ ਪੜ੍ਹ ਰਹੇ ਸਾਂ। ਜਦੋਂ ਇਹ ਰੋਲਾ ਪਿਆ, ਮੁਲਾਨਾ ਭੱਜਾ ਭੱਜਾ ਆਪਣੇ ਘਰੋਂ ਆਇਆ। ਰਹਿਨ ਹੇਤ ਪਾਛੇ ਤੇ ਧਾਈ, ਗਇਓ ਨਾ ਜਾਤ ਰਹੇ ਪਛਤਾਈ। ਹੁਣ ਜਿਹੜਾ ਮੁੱਲਾ ਹੈ ਉਹਨੂੰ ਬਾਲਕ ਨੂੰ ਫੜਨ ਵਾਸਤੇ ਪਿੱਛੇ ਭੱਜਿਆ, ਪਰ ਭੱਜਦਾ ਰਿਹਾ, ਬਾਲਕ ਉਹਦੀ ਪਕੜ ਦੇ ਵਿੱਚ ਨਾ ਆਇਆ। ਫੌਜ ਸਮੀਪ ਗਇਓ ਚੱਲ ਤਬਹੀ, ਲਈ ਨਿਕਾਸ ਕਿਤਾਬੈ ਸਭ ਹੀ। ਉਹ ਨੇੜੇ ਗਿਆ, ਜਦੋਂ ਚਬੱਚੇ ਦੇ ਨੇੜੇ ਗਿਆ, ਮੁੱਲਾ ਨੇ ਜਾ ਕੇ ਸਾਰੀਆਂ ਕਿਤਾਬਾਂ ਜਿਹੜੀਆਂ ਬਾਹਰ ਕੱਢ ਲਈਆਂ ਹਨ। ਕਰ ਸੋ ਝਾਰਤ ਗਰਦ ਉਠਾਈ, ਇਹ ਅਜਮਤ ਤੇ ਦੀਨ ਦਿਖਾਈ। ਜਦੋਂ ਮੁੱਲਾ ਨੇ ਬਾਹਰ ਕੱਢੀਆਂ ਕਿਤਾਬਾਂ ਉਹ ਝਾੜਦਾ ਹੈ। ਹੁਣ ਜਦੋਂ ਝਾੜਨ ਲੱਗਿਆ, ਜਦੋਂ ਝਾੜੀਆਂ ਕਿਤਾਬਾਂ ਦੇ ਵਿੱਚੋਂ ਗਰਦਾ ਉੱਠ ਰਿਹਾ ਸੀ। ਕਿਉਂ ਬੇ ਲੋਕ ਮੁੱਲਾ ਬਿਸਮਾਨਾ, ਅਜਮਤਵਾਨ ਮਹਾਨ ਪਛਾਨਾ। ਇਹ ਵੇਖ ਕੇ ਮੁੱਲਾ ਜੀ ਬੜੇ ਹੈਰਾਨ ਹੋਏ ਵੀ ਇੱਕ ਤੇ ਕਿਤਾਬਾਂ ਜਿਹੜੀਆਂ ਪਾਣੀ 'ਚ ਡਿੱਗੀਆਂ ਉਹ ਤੇ ਗਿੱਲੀਆਂ ਹੋਣੀਆਂ ਚਾਹੀਦੀਆਂ ਸੀ, ਇਹਨਾਂ 'ਚੋਂ ਗਰਦਾ ਉੱਠ ਰਿਹਾ ਹੈ। ਉਹ ਸੋਚਦਾ ਹੈ ਇਹ ਕੋਈ ਮਾਮੂਲੀ ਨਹੀਂ ਹੈ ਬਾਲਕ, ਇਹ ਕੋਈ ਅਜਮਤਵਾਨ ਫਕੀਰ ਹੈ। ਆਪ ਕਿਤਾਬੇ ਪਰਸਿਓ ਨਾਹੀ, ਬਹੁਰ ਧੂਰ ਝਾਰਨ ਤਿੰਨ ਮਾਹੀ। ਕਹਿੰਦੇ ਕਮਾਲ ਹੋ ਗਈ, ਕਿਤਾਬਾਂ ਨੂੰ ਤੇ ਕਿਤੇ ਧੂਰ ਨੇ ਹੱਥ ਹੀ ਨਹੀਂ ਲਾਇਆ, ਇੰਨੀ ਸ਼ਕਤੀ ਇਹਦੇ ਵਿੱਚ। ਕਹਿੰਦੇ ਇਸ ਕਰਕੇ ਕੋਈ ਅਜਮਤ ਵਾਲਾ ਬਾਲਕ ਹੈ। ਮੁਰਸ਼ਿਦ ਜਾਨ ਪਰਿਓ ਤਬ ਪਾਈ, ਕਹਿ ਖੁਦਾਏ ਮਗ ਦੇਹੋ ਬਤਲਾਈ। ਉਹ ਭੱਜ ਕੇ ਉਹਦੇ ਬਾਲਕ ਦੇ ਚਰਨੀ ਪੈ ਗਿਆ। ਉਹ ਕਹਿੰਦਾ ਹੈ ਮੈਨੂੰ ਕੋਈ ਨਾ ਕੋਈ ਖੁਦਾ ਦਾ ਸਬਕ ਦੱਸੋ। ਹੋਣਾ ਵੀ ਐਵੇਂ ਚਾਹੀਦਾ ਮਨੁੱਖ ਨੂੰ ਜਦੋਂ ਕੋਈ ਅਜ਼ਮਤ ਦਾ ਪਤਾ ਲੱਗੇ। ਪਰ ਅਸਲ ਦੇ ਵਿੱਚ ਗੁਰੂ ਦੇ ਇਤਿਹਾਸ ਦੀਆਂ ਕਿੱਡੀਆਂ ਅਜ਼ਮਤਾਂ ਨੇ ਸਾਡੇ ਕੋਲ। ਗੁਰੂ ਤੇਗ ਬਹਾਦਰ 10 ਗੁਰੂ ਸਾਹਿਬਾਨ ਦੇ ਜੀਵਨ 'ਚ ਪਤਾ ਨਹੀਂ ਕਿੰਨੇ ਕੁ ਕੋਤਕ ਮਹਾਰਾਜ ਨੇ ਕੀਤੇ, ਪਰ ਉਹਨਾਂ ਦੇ ਕੋਤਕ ਸੁਣ ਸੁਣ ਕੇ ਮਨੁੱਖ ਦੇ ਹਿਰਦੇ ਵਿੱਚ ਪ੍ਰੇਮ ਜਾਗਣਾ ਚਾਹੀਦਾ ਵੀ ਮੇਰਾ ਗੁਰੂ ਚਾਹੇ ਤੇ ਕੁਝ ਵੀ ਕਰ ਸਕਦਾ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਇੱਕ ਮਹਾਰਾਜ ਜੀ ਦਾ ਕੋਈ ਸਿੱਖ ਸੀ, ਹੈ ਉਹ ਰਾਜਾ ਸੀ, ਜ਼ਿਮੀਂਦਾਰ ਸੀ। ਉਹਦੇ ਭਰਾ ਦੀ ਮ੍ਰਿਤੂ ਹੋ ਗਈ, ਉਹਦੇ 2 ਬਾਲਕ ਸਨ। ਉਹ ਬਾਲਕ ਉਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਆ ਰਹੇ ਨੇ। ਉਹਦੀ ਘਰ ਦੀ ਉਹਦੇ ਨਾਲ ਲੜਿਆ ਕਰੇ ਵੀ ਇਹ ਬਾਲਕ ਜਿਹੜੇ ਨੇ ਆਪਣਿਆਂ ਨੂੰ ਰੋਟੀ ਨਹੀਂ ਮਿਲਦੀ, ਇਹਨਾਂ ਨੂੰ ਕਿਵੇਂ ਖਵਾਵਾਂਗੇ। ਉਹ ਕਹਿੰਦਾ ਭਾਗਵਾਨ ਨੇ ਸਾਡੇ ਕੋਲ ਜ਼ਮੀਨ ਬੜੀ ਹੈ, ਜ਼ਿਮੀਂਦਾਰ ਹਾਂ ਅਸੀਂ,
कोई गल नहीं, इन्हां दे हिस्सिਆਂ ਦੀ ਜ਼ਮੀਨ है, ये खा लैणगे। कहते नहीं, ਐਵੇਂ नहीं होना। गुरु हरगोबिंद साहब आ रहे ने, उन्हां सामने पेश कर, वो किरपा करनगे इन्हां ते। हुण बालकां नूं लै के गुरु हरगोबिंद साहब महाराज के सामने गए। सामने गया ते हथ जोड़ के बच्चियां नूं पहलां सिखा लिया भी अपने ढिड ते हथ मारते रहो। जो महाराज के अगे जाओगे ढिड ते हथ मारियो भी असीं खाली ढिड हाँ। वो लैके गया, महाराज वेख के खुश होए। उन्होंने कहने लगे, सिंघा आ कौन ने बच्चे? कहते महाराज मेरे भरा दे लड़के ने। लड़के दे भरा दे ने, फिर इन्होंने ढिड नंगे ने, हथ क्यों मारते ने? कहते महाराज इन्हों का प्यो चलिया गया है, इन्हों का रोटी का खाण का बंदोबस्त नहीं है। कहते तू जिमीदार है, तेरे कोल बहुत कुछ है, तू खवा दे। कहते नहीं महाराज मेरे को नहीं है कुछ भी। महाराज ने बुलवाए बचन, महाराज ने सह सुभाए। कह लगे भाई जा फिर हुणे राजे बननगे दोवें। हुण होई बचन हो गया अटल बचन गुर केरा। गुरु का बचन अटल हुंदा है। घर जाके अपनी घर दी नूं दस्सिया, गुरु साहब जी ने बचन कर दिता है, ये राजे बननगे। वो जदों हुण घर दी कराउण दे कुछ होर गई थी, वो नाल दी नाल फिर ये सोचन लगी भी ये राजे बननगे। उन्होंने कहती है तेरे वाले फिर ये वजीर बननगे। जा गुरु दे कोल अपने नूं भी लै जा, इन्हां नूं भी वर दवा के लिया भी ये भी राजे बनन। गया महाराज दे कोल, कहंदे महाराज ये तो राजे बननगे। तो ये महाराज के वो टाइम उदों ही सी, वो गया टाइम, ये राजे ही बननगे हुण। पर यह गल है भुखे तुहाडे वाले भी नहीं मरदे, इन्होंने भी कुछ ना कुछ मिलेगा। फिर वो जिवें नाभे ते आ जींद दे जिहड़े राजे सन, ये उन्हां दी अंशमंश सन जिहड़े गुरु हरगोबिंद साहब ने उदों राजियां दा खिताब बख्शिया। किड्डी वड्डी अजमत है गुरु दे विच, किड्डी वड्डी शक्ति है। गुरु कल्ला ज्ञान नहीं हुंदा, गुरु दे कोल सारियां शक्तियां हुंदियां ने। गुरु दे कोल रिद्धियां भी हुंदियां ने, गुरु दे कोल सिद्धियां भी हुंदियां ने। ताई ते गुरु गोबिंद सिंह महाराज ने लिखिया, तेग बहादुर सिमरे है घर नौ निध आवे धाए। सिर्फ गुरु तेग बहादुर मनुख कर ही चले। इन्ने करन दे नाल ओदे घर जिहड़ियां नौ निधियां ने, हीरे मोती जवाहरात सोना चांदी, ये धा के वड़ जाते हैं। धाउण का मतलब है उतों बिना पुछे ही वड़ जाते हैं भज के उहदे घर। इन्नी शक्ति है गुरु तेग बहादुर महाराज के शब्द। ये एवं नहीं गुरु गोबिंद सिंह महाराज जी ने शब्द लिखिया, गुरु तेग बहादुर सिमरे हैं घर नौ निध आवे धाए। ते अगे महाराज लिखिया सब थाई होए साए। जिथे किथे भी कोई गुरु तेग बहादुर महाराज नूं याद करेगा, उत्थे गुरु तेग बहादुर महाराज जी सहाई होणगे। ते आपां वेखदे हां इतिहास दे विच गुरु तेग बहादुर जी महाराज मक्खण शाह लुबाणे दे किवें सहाई होए। हुण मक्खण शाह लुबाणे वर्गा जदों साडे अंदर दृढ़ विश्वास होएगा, साडे भी कारजां 'च सहाई होणगे। महाराज मैं कई बारी सोचदा हुन्ना साध संगत जी, मक्खण शाह लुबाणे तो ते गुरु 1000 किलोमीटर दूर सन, साडे ते सामने ही बैठे रहिंदे ने। आशीषगंज साहब की पावन धरती है, इत्थे दे गुरु साहब सामने ने। जे असीं सामने अरदास करिए तो कबूल हो जाएगी, सामने होके करिए। वो किड्डी वड्डी दूर है गुरु तेग बहादुर महाराज, 1000 किलोमीटर की दूरी है। लाल सागरा चो जहाज फसिया, उत्थे सहाई हो गए। तो इत्थे सामने असीं आउंदे हां। पर दृढ़ संकल्प की गल है, विश्वास की गल है। अज भी बड़ियां संगतां ने जिहड़ियां पिंडां चों आउंदियां ने पंचमी वाले दिन, मैं कई बारी वेखदा नंगे ही पैरी आउंदे ने। ते 2-3 ते मेरे सामने वेखण च आए ने जिन्हां बहुत कुछ लिया है। मेरे अपने पिंड चों ने, उन्हां बहुत कुछ इत्थों प्राप्त किया। नंगे पैरी आउंदे हुंदे सन, 5-6 पंचमियां आए ने। मैं उन्होंने कभी कई बार कहना, मैं तुसीं गुरु तेग बहादुर साहब तो जिस हिसाब नाल तुसीं जा रहे हो लैके हटाओगे। उन्हां 5-4 ने 2-4 जने आउंदे, उन्हां दियां जो मरीदां सन वो सारियां पूरीआं होईआं। ये साहिब श्री गुरु तेग बहादुर महाराज जी का वो पावन स्थान है। सो इस करके गुरु घर के अंदर गुरु दे कोल अजमत की कमी नहीं है। गुरु जिथे ज्ञान का दाता है, उत्थे रिद्धियां सिद्धियां का भी दाता है। कहो समस जे असमन तेरे
ਆਇਸ ਮੁਰ ਮਾਨੋ ਬਿਨ ਤੇਰੇ। ਗੁਰੂ ਸਾਹਿਬ ਜੀ ਨੇ ਫਿਰ ਉਹ ਸ਼ਮਸ ਤੇ ਵਰੇਜ ਨੇ ਮੁੱਲਾ ਨੂੰ ਕਿਹਾ, ਜੇ ਤੂੰ ਚਾਹੁੰਦਾ ਹੈ ਨਾ ਖੁਦਾ ਦਾ ਗਿਆਨ ਲੈਣਾ, ਰੱਬ ਦਾ ਗਿਆਨ ਲੈਣਾ, ਫਿਰ ਮੇਰੀ ਇੱਕ ਗੱਲ ਮੰਨ। ਉਹ ਗੱਲ ਕਿਹੜੀ ਹੈ? ਉਹ ਕੱਲ ਦੀ ਆਪਾਂ ਕਥਾ ਦੇ ਵਿੱਚ ਕਿਹੜੀ ਗੱਲ ਸ਼ਮਸ ਤਵਰੇਜ ਉਹਨੂੰ ਕਹਿੰਦਾ ਹੈ, ਕੱਲ ਦੀ ਕਥਾ ਦੇ ਵਿੱਚ ਹੁਣ ਅੱਗੇ ਅਸੀਂ ਵਿਚਾਰਨਾ ਕਰਾਂਗੇ। ਮਹਾਰਾਜ ਕਿਰਪਾ ਕਰਨ, ਕਿਹੜੇ ਤਰੀਕੇ ਦੇ ਨਾਲ ਜਦੋਂ ਪਰਮਾਤਮਾ ਚਾਹੁੰਦਾ ਹੈ, ਪਰਮਾਤਮਾ ਕਰਨਾ ਚਾਹੇ ਕੁਝ ਵੀ ਕਰ ਸਕਦਾ ਹੈ। ਮੈਂ ਆਪ ਜੀ ਨੂੰ ਕਈ ਵਾਰੀ ਬੇਨਤੀ ਕਰਦਾ ਹੁੰਦਾ, ਅੰਦਲੇ ਤ੍ਰਿਭਵਨ ਸੁਝਿਆ।